ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ ਗੈਸ ਐਂਡ ਫੂਡ, ਐਲਕੋ ਨੋਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੀਕਐਂਡ ਦੇ ਦੌਰਾਨ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਹੀ ਦਰਦਨਾਕ ਘਟਨਾ ਜੋ ਦਿਲ ਨੂੰ ਦਹਿਲਾਉਣ ਵਾਲੀ ਸੀ ਉਹ ਵਾਪਰੀ। ਮੋਨਰੇ ਪਾਰਕ, ਲਾਸ ਐਂਜਲਸ ਦੇ ਲਾਗੇ ਟਾਊਨ ਆ, ਜਿੱਥੇ ਮੈਜੋਰਟੀ ਏਸ਼ੀਅਨ ਅਮਰੀਕਨ ਲੋਕਾਂ ਦੀ ਆ। ਉੱਥੇ ਇੱਕ ਪਾਗਲ ਬੰਦੇ ਨੇ 10 ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ 10 ਤੋਂ ਵੱਧ ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਤੇ ਕਿਸੇ ਤਰ੍ਹਾਂ ਦੀ ਇਸ ਬੰਦੇ ਦੀ ਕ੍ਰਿਮੀਨਲ ਪਾਸਟ ਨਹੀਂ ਸੀ, ਕ੍ਰਿਮੀਨਲ ਹਿਸਟਰੀ ਕੋਈ ਵੀ ਨਹੀਂ ਸੀ। ਸੋ ਅਥਾਰਟੀਜ਼ ਹਜੇ ਵੀ ਫਿਗਰ ਆਊਟ ਕਰ ਰਹੀਆਂ ਕਿ ਕੀ ਕਾਰਨ ਆ ਇਸ ਨੇ ਮੋਨਰੇ ਪਾਰਕ ਦੇ ਇੱਕ ਡਾਂਸ ਸਟੂਡੀਓ 'ਚ ਜਾ ਕੇ ਇੰਨੇ ਜਾਣੇ ਲੋਕਾਂ ਨੂੰ ਮਾਰੇਗਾ, ਸੇਮ ਡੇ ਜਦੋਂ ਵੀਤਨਾਮੀਜ਼, ਚਾਈਨੀਜ਼ ਮੂਲ ਦੇ ਲੋਕ ਆਪਣਾ ਨਵਾਂ ਸਾਲ ਮਨਾ ਰਹੇ ਸੀ। 72 ਸਾਲਾਂ ਦਾ ਬਜ਼ੁਰਗ ਹੂ ਕੈਨ ਟ੍ਰੈਨ, ਇਸ ਨੂੰ ਇੱਕ ਵੈਨ ਦੇ ਵਿੱਚੋਂ ਇਹਦੀ ਬੋਡੀ ਲੱਭੀ ਆ। ਟੋਰੈਂਸ ਜੋ ਟਾਊਨ ਆ ਲਾਸ ਐਂਜਲਸ ਦੇ ਲਾਗੇ, ਜਦੋਂ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ। ਜੋ ਲਾ ਇਨਫੋਰਸਮੈਂਟ ਆਫੀਸ਼ੀਅਲਸ ਆ, ਉਹਨਾਂ ਨੇ ਕਿਹਾ ਜਦੋਂ ਬੈਨ ਦੇ ਕੋਲ ਗਏ ਤੇ ਉਸ ਟਾਈਮ ਦੇ ਉੱਤੇ ਸਸਪੈਕਟ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਲਈਆਂ। ਕਹਿੰਦੇ ਵੀ ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਹੋ ਸਕਦਾ, ਹੋਰ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਇਸ਼ੂ ਨਹੀਂ ਲੱਗਦਾ ਹੈਗਾ। ਪਰ ਤੁਸੀਂ ਸੋਚੋ ਵੀ 73 ਸਾਲਾਂ ਦੇ ਇੱਕ ਬੰਦੇ ਨੇ ਜਾ ਕੇ ਇਦਾਂ ਦਾ ਕੰਮ ਕਰਨਾ, ਕੀ ਉਹਦੇ ਜਿਹੜੇ ਮਨ ਦੇ ਵਿੱਚ ਵਾਪਰਿਆ ਹੋਊਗਾ। ਕੱਲਾ ਇਸਨੇ ਇਸ ਡਾਂਸ ਸਟੂਡੀਓ ਜੋ ਵੈਸਟ ਗਾਰਡਵੇ ਐਵੀਨਿਊ ਦੇ ਉੱਤੇ ਆ, ਸਟਾਰ ਬਾਲਰੂਮ ਡਾਂਸ ਸਟੂਡੀਓ, ਉੱਥੇ ਸ਼ੂਟਿੰਗ ਕਰਨ ਤੋਂ ਬਾਅਦ ਇਹ ਇੱਕ ਹੋਰ ਟਾਊਨ ਅਲਹੰਬਰਾ, ਉੱਥੇ ਵੀ ਏਸ਼ੀਅਨ ਮੂਲ ਦੇ ਕਾਫੀ ਲੋਕ ਰਹਿੰਦੇ ਆ, ਉੱਥੇ ਦੇ ਬਾਲਰੂਮ ਦੇ ਵਿੱਚ ਵੀ ਇਹ ਪਹੁੰਚ ਗਿਆ ਸੀ। ਲੱਕਲੀ ਉੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਸਕਿਆ। ਜੀ ਬਿਲਕੁਲ, ਉੱਥੇ ਜਿਹੜੇ ਲੋਕਾਂ ਨੇ ਅਲਹੈਂਬਰਾ ਬਾਲਰੂਮ ਦੇ ਵਿੱਚ ਟ੍ਰੈਨ ਨੂੰ ਜਦ ਦੇਖਿਆ ਵੀ ਉਹ ਫਾਇਰ ਆਰਮ ਦੇ ਨਾਲ ਤੁਰਿਆ ਆਉਂਦਾ, ਤੇ ਕਈ ਲੋਕਾਂ ਨੇ ਉਸਨੂੰ ਰੈਸਲ ਕੀਤਾ, ਢਾਹ ਲਿਆ ਤੇ ਫਾਇਰ ਆਰਮ ਦੇ ਵਿੱਚੋਂ, ਤੇ ਬਾਅਦ 'ਚ ਜਿਹੜੀ ਸਰਵੇਲੈਂਸ ਫੁਟੇਜ ਜਿਹੜੀ ਦਿਖੀ ਆ ਹਰਜੋਤ ਸਿੰਘ ਜੀ, ਉਸ ਦੇ ਵਿੱਚ ਪਤਾ ਲੱਗਾ 2 ਜਾਣਿਆਂ ਨੇ ਇਸ ਟ੍ਰੈਨ ਨੂੰ ਜਿਹੜਾ ਉਹ ਰੋਕਿਆ। 72 ਸਾਲਾਂ ਦੇ ਇਸ ਬੰਦੇ ਨੂੰ, ਜਿਹੜਾ ਹਥਿਆਰਧਾਰੀ ਹੈ ਇਸ ਟਾਈਮ, ਜਿਸ ਨੇ ਗੋਲੀਆਂ ਜਿਹੜੀਆਂ ਚਲਾਈਆਂ, ਜਿੱਥੇ ਆਲਰੇਡੀ ਇੱਕ ਕਾਂਡ ਕਰਕੇ ਇਹ ਆ ਚੁੱਕਾ ਸੀਗਾ। ਲਾਸ ਐਂਜਲਸ ਕਾਊਂਟੀ ਦੇ ਸ਼ੈਰਿਫ ਰਾਬਰਟ ਲੂਨਾ, ਉਹਨਾਂ ਨੇ ਇਹੀ ਜਿਹੜਾ ਕਿਹਾ ਵੀ ਅਜੇ ਤੱਕ ਇਸ ਹਮਲੇ ਦੇ ਪਿੱਛੇ ਕੀ ਇਹਦੀ ਮਨਸ਼ਾ ਆ, ਉਹ ਅਜੇ ਕਲੀਅਰ ਨਹੀਂ ਹੈਗੀ। ਤੇ ਇਹ ਜਿਹੜੇ ਆ, ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ, ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ, ਕਹਿੰਦੇ ਵੀ ਜਿਹੜੇ ਬਹੁਤੇ ਲੋਕਾਂ ਦੀ ਹੱਤਿਆ ਹੋਈ ਆ, ਮੌਤ ਹੋਈ ਆ, ਉਹ 50 ਤੋਂ ਉੱਤੇ ਨਜ਼ਰ ਆਉਂਦੇ ਆ। ਹੁਣ ਕਹਿੰਦੇ ਵੀ ਇਸ ਦੇ ਵਿੱਚ ਹੋਰ ਕੋਈ ਲੋੜੀਂਦਾ ਤਾਂ ਨਹੀਂ ਹੈ, ਇਕੱਲਾ ਹੀ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ। ਉੱਥੋਂ ਦੇ ਕਾਂਗਰਸ ਵੂਮਨ ਜੂਡੀ ਚੂ
ਉਹਨੇ ਕਿਹਾ ਵੀ ਮੇਰੇ ਵੀ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਨੇ, ਖਾਸ ਕਰਕੇ ਮੋਟਿਵ ਨੂੰ ਲੈ ਕੇ, ਮੈਂਟਲ ਇਲਨੈਸ ਨੂੰ ਲੈ ਕੇ, ਕੀ ਇਹ ਡੋਮੈਸਟਿਕ ਵਾਇਲੈਂਸ ਕਰਨ ਵਾਲਾ ਸੀਗਾ, ਇਹ ਕੀ ਇਸ ਦੀਆਂ ਗਨਜ਼ ਲੀਗਲ ਨੇ ਜਾਂ ਇਹਨੇ ਕਿੱਦਾਂ ਲਈਆਂ ਆ। ਸੋ ਹੁਣ ਸਾਰੇ ਜਾਂਚ ਦੇ ਜਿਹੜੇ ਇਹ ਵਿਸ਼ੇ ਨੇ, ਤੇ ਜਿਹੜੀ ਕੈਲੀਫੋਰਨੀਆ ਦੇ ਜਿਹੜੇ ਸ਼ੈਰਿਫ ਨੇ, ਉਹ ਕਹਿੰਦੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਜਿਹੜੀ ਇਹਨੇ ਸੈਮੀ ਆਟੋਮੈਟਿਕ ਪਿਸਟਲ ਦੇ ਵਿੱਚ ਐਕਸਟੈਂਡਡ ਮੈਗਜ਼ੀਨ ਜਿਹੜੀ ਲਗਾਈ ਆ, ਉਹ ਇਲੀਗਲ ਆ ਕੈਲੀਫੋਰਨੀਆ 'ਚ। ਸੋ ਉਹ ਚੀਜ਼ ਤਾਂ ਇਸ ਦੇ ਵਿੱਚ ਸੀਗੀ। ਇੱਕ ਹੋਰ ਹੈਂਡਗਨ ਵੀ ਡਿਸਕਵਰ ਕੀਤੀ ਗਈ ਆ ਇਸ ਦੀ ਵੈਨ ਦੇ ਵਿੱਚ, ਜਿਹਦੇ ਵਿੱਚ ਬਾਅਦ 'ਚ ਪਤਾ ਲੱਗਾ ਵੀ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਨੂੰ ਹੀ ਜਿਹੜਾ ਉਹ ਮਾਰ ਲਿਆ ਸੀਗਾ। ਮੋਨਰੇ ਪਾਰਕ ਦੇ ਪੁਲਿਸ ਚੀਫ ਸਕਾਟ ਵੀਸ, ਉਹਨਾਂ ਨੇ ਦੱਸਿਆ ਵੀ ਜਿਹੜੀ ਪੁਲਿਸ ਉਹ 3 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਈ ਸੀਗੀ। ਰਾਤ ਨੂੰ ਸ਼ਨਿਚਰਵਾਰ ਦੀ ਰਾਤ ਨੂੰ 10 ਵਜੇ ਇਹ ਗੋਲੀਕਾਂਡ ਜਿਹੜਾ ਉਹ ਵਾਪਰਿਆ ਸੀ ਮੋਨਰੇ ਪਾਰਕ ਦੇ ਵਿੱਚ, ਡਾਂਸ ਸਟੂਡੀਓ ਦੇ ਵਿੱਚ। ਸੋ ਕਹਿੰਦੇ ਵੀ ਜਦੋਂ ਪਾਰਕਿੰਗ ਲਾਟ ਦੇ ਵਿੱਚ ਪਹੁੰਚੇ ਤਾਂ ਪੂਰੀ ਤਰ੍ਹਾਂ ਜਿਹੜੀ ਭਜਦੜ ਜਿਹੜੀ ਆ ਉਹ ਮਚੀ ਹੋਈ ਸੀ। ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਕੀ ਜਿਹੜਾ ਉਹ ਹੋ ਗਿਆ। ਕਹਿੰਦੇ ਕੋਈ ਵੀ ਜਾਣਾ ਪ੍ਰੀਪੇਅਰਡ ਨਹੀਂ ਸੀ ਇਸ ਜਿਹੜੀ ਉਹ ਵਾਰਦਾਤ ਦੇ ਲਈ। ਸੋ ਜਿਹੜੇ ਹੋਰ ਵੀ ਜਿਹੜੇ ਸੋਰਸਿਸ ਆ, ਉਹ ਨਿਊਜ਼ ਚੈਨਲਸ ਨੂੰ ਉਹ ਦੱਸਦੇ ਆ ਵੀ ਜਿਹੜੀ ਵੈਨ ਇਹ ਚਲਾ ਰਿਹਾ ਸੀਗੀਆਂ, ਐਲਏ ਕਾਉਂਟੀ ਸ਼ੈਰਿਫ ਨੇ ਦੱਸਿਆ ਵੀ ਇਹਦੀਆਂ ਜਿਹੜੀਆਂ ਲਾਇਸੈਂਸ ਪਲੇਟ ਆ, ਇਹ ਚੋਰੀ ਕੀਤੀ ਹੋਈ ਵੈਨ ਦੀਆਂ ਜਿਹੜੀਆਂ ਲੱਗ ਰਹੀਆਂ ਸੀ। ਹੁਣ ਜਿੱਦਾਂ ਹਰਜੋਤ ਸਿੰਘ ਜੀ ਕੜੀਆਂ ਜੁੜ ਰਹੀਆਂ ਆ, ਇੱਦਾਂ ਲੱਗਦਾ ਵੀ ਇਹ ਮਿੱਥ ਕੇ ਹੀ ਇਹ ਜੀ। ਕਿਹਾ ਸੀਗਾ ਵੀ ਇਸ ਨੇ ਇਸ ਗੋਲੀਕਾਂਡ ਨੂੰ ਜਿਹੜਾ ਅੰਜਾਮ ਦੇਣਾ ਆ। ਇੱਕ ਤੋਂ ਵੱਧ ਥਾਵਾਂ ਦੇ ਉੱਤੇ ਗੋਲੀਕਾਂਡ ਨੂੰ ਅੰਜਾਮ ਦੇਣ ਦੀ ਇਹਦੀ ਸਾਜ਼ਿਸ਼ ਸੀਗੀ। ਇੱਕ ਥਾਂ ਦੇ ਉੱਤੇ ਤੇ ਇਸ ਨੇ ਚਲਾ ਦਿੱਤੀਆਂ, ਦੂਜੀ ਥਾਂ ਦੇ ਉੱਤੇ ਸਤਰਕ ਲੋਕਾਂ ਨੇ ਇਸ ਨੂੰ ਢਾਹ ਲਿਆ ਤਾਂ ਬਚਾਅ ਹੋ ਗਿਆ, ਨਹੀਂ ਤਾਂ ਉੱਥੇ ਵੀ ਇੱਦਾਂ ਦੇ ਹੀ 70 ਵਿੱਚ ਸਕਦੇ ਸੀ। ਇਹ ਖੁਦ ਵੀ ਕਹਿੰਦੇ ਇੱਕ ਡਾਂਸ ਦਾ ਇੰਸਟ੍ਰਕਟਰ ਸੀਗਾ ਤੇ ਇਸ ਨੇ ਮਿੰਗ ਵੇ ਮਾ ਨਾਮ ਦੇ ਇੱਕ ਡਾਂਸ ਇੰਸਟ੍ਰਕਟਰ ਨੂੰ ਵੀ ਗੋਲੀਆਂ ਮਾਰ ਕੇ ਮਾਰਿਆ, ਜੋ ਬਹੁਤ ਹੀ ਪੋਪੂਲਰ ਵੀਤਨਾਮੀਜ਼ ਚਾਈਨੀਜ਼ ਕਮਿਊਨਿਟੀ ਦੇ ਵਿੱਚ ਡਾਂਸ ਹੂੰ। ਇੰਸਟ੍ਰਕਟਰ ਸੀ, ਜੋ ਇਸ ਨੂੰ ਰੋਕਣ ਦੀ ਜੋ ਕੋਸ਼ਿਸ਼ ਆ ਉਹ ਕਰ ਰਿਹਾ ਸੀ। ਇਹ ਮੋਨਰੇ ਪਾਰਕ ਦੇ ਵਿੱਚ ਜੇ ਦੇਖਿਆ ਜਾਵੇ, ਅਮਰੀਕਾ ਦੀ 5ਵੀਂ ਮਾਸ ਕਿਲਿੰਗ ਆ ਇਸ ਮਹੀਨੇ ਦੇ ਵਿੱਚ, ਤੇ 23 ਦਿਨ ਹੋਏ ਆ ਅੱਜ ਜਨਵਰੀ ਦੇ, ਤੇ ਡੈਡਲੀਐਸਟ ਅਟੈਕ ਆ ਮਈ 24 ਤੋਂ ਬਾਅਦ, ਕਿਉਂਕਿ ਉਸ ਟਾਈਮ ਦੇ ਉੱਤੇ ਯੂਵਾਲਡੇ ਟੈਕਸਸ ਦੇ ਵਿੱਚ 21 ਲੋਕਾਂ ਨੂੰ ਸਕੂਲ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਇਹ ਜਿਹੜਾ ਏਰੀਆ ਆ, ਇੱਥੇ ਸਭ ਤੋਂ ਵੱਡੀ ਲੂਨਰ ਈਅਰ ਦੀ ਫੈਸਟੀਵਿਟੀਜ਼ ਮਨਾਈ ਜਾਂਦੀ ਆ, ਕਿਉਂਕਿ ਨਵਾਂ ਸਾਲ ਸੀ ਉਹਨਾਂ ਦਾ, ਲੂਨਰ ਈਅਰ ਉਹਨੇ ਮਨਾਉਣਾ ਸੀ, ਤੇ 2 ਦਿਨਾਂ ਦੇ ਵਿੱਚ 1 ਲੱਖ ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ। ਸੰਡੇ ਨੂੰ ਬਹੁਤ ਵੱਡੀ ਇਵੈਂਟ ਹੋਣੀ ਸੀ, ਜਿਸ ਨੂੰ ਬਾਅਦ ਦੇ ਵਿੱਚ ਕੈਂਸਲ ਕਰ ਲਿਆ ਗਿਆ। ਜੀ, ਸੋ ਦੇਖੋ ਹਰਜੋਤ ਸਿੰਘ ਜੀ, ਅੱਜ ਕੱਲ੍ਹ ਲੋਕਾਂ ਦਾ ਦਿਮਾਗ ਖਰਾਬ ਹੋਇਆ ਪਿਆ ਹੈ। ਇਹ ਕੁਛ ਨਹੀਂ ਇਹਨਾਂ ਦਾ ਪਤਾ ਲੱਗਦਾ। ਚਲੋ ਵੀ ਇਹਨੇ ਹੁਣ ਇਹਦੇ ਪਿੱਛੇ ਕੀ ਹੈ, ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗੂਗਾ ਵੀ ਕੀ ਇਸ ਦੀ ਮਨਸ਼ਾ ਜਿਹੜੀ ਉਹ ਰਹੀ ਆ, ਕਿਉਂ ਇਹਨੇ ਜਿਹੜਾ ਕੀਤਾ ਆ। ਹੁਣ 17-72 ਸਾਲਾਂ ਦੇ ਲੋਕ ਆਹ ਕੁਛ ਕਾਂਡ ਕਰ ਰਹੇ ਆ। ਉੱਥੇ ਥੋੜ੍ਹੇ ਦਿਨ ਪਹਿਲਾਂ ਆਪਾਂ ਦੇਖਿਆ 6 ਸਾਲ ਦੇ ਨਿਆਣੇ ਨੇ ਸਕੂਲ 'ਚ ਆ ਕੇ ਗੋਲੀਆਂ ਚਲਾ ਦਿੱਤੀਆਂ। ਇੱਥੇ 72 ਦੇ ਨੇ ਜਿਹੜੀਆਂ ਉਹ ਚਲਾ ਦਿੱਤੀਆਂ। ਲੋਕਾਂ ਦਾ ਬਹੁਤ ਆਵਾ ਉੱਤਿਆ ਪਿਆ ਆ, ਦਿਮਾਗ ਪੂਰੀ ਤਰ੍ਹਾਂ ਜਿਹੜਾ ਮੈਸ ਅਪ ਹੋਏ ਪਏ ਆ। ਆਪਾਂ ਵੀ ਬਹੁਤ ਸਾਰੇ ਪਬਲਿਕ ਪਲੇਸਿਸ ਦੇ ਉੱਤੇ ਜਾਂਦੇ ਹਾਂ, ਆਪਣੇ ਵੀ ਬਹੁਤ ਸਾਰੇ ਜਿਹੜੇ ਆ ਪਬਲਿਕ ਇਵੈਂਟਸ ਜਿਹੜੇ ਹੁੰਦੇ ਆ। ਆਈ ਥਿੰਕ ਇਹ ਬਹੁਤ ਰਾਈਟ ਟਾਈਮ ਹੈਗਾ ਆ ਵੀ ਭਾਈ ਸਿਕਿਉਰਿਟੀ ਦਾ, ਚਾਹੇ ਉਹ ਗੁਰੂ ਘਰ ਆ, ਚਾਹੇ ਤੁਹਾਡੇ ਉਹ ਘਰਾਂ ਦੀਆਂ ਪਾਰਟੀਜ਼ ਹੋ ਰਹੀਆਂ ਆ, ਜਾਂ ਕਿਤੇ ਵੀ ਜਿਹੜੀਆਂ ਹੋ ਰਹੀਆਂ ਆ, ਕੁਛ ਵੀ ਜਿਹੜੇ ਹੋ ਰਹੇ ਆ, ਵੀ ਭਾਈ ਤੁਹਾਨੂੰ ਧਿਆਨ ਰੱਖਣਾ ਪੈਣਾ ਆ। ਨੋਬਡੀ ਇਜ਼ ਪ੍ਰੀਪੇਅਰਡ ਫॉर ਦਿਸ। ਇਸ ਦੇ ਲਈ ਕੋਈ ਵੀ ਤਿਆਰ ਨਹੀਂ ਜਿਹੜਾ ਹੁੰਦਾ, ਤੇ ਨਾ ਹੀ ਕੋਈ ਤਿਆਰੀ ਕਰਨਾ ਵੀ ਚਾਹੁੰਦਾ ਆ ਵੀ ਭਾਈ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋਵੇ, ਕਿੱਦਾਂ ਹੋਵੇ। ਜੇ ਇੱਦਾਂ ਆ ਗਿਆ, ਐਕਟਿਵ ਸ਼ੂਟਰ ਆ ਗਿਆ, ਨਾ ਕਿਤੇ ਕੋਈ ਡਰਿਲ ਹੁੰਦੀ ਆ, ਨਾ ਕਿਤੇ ਕੋਈ ਇਹ ਬਹੁਤ ਜ਼ਰੂਰੀ ਆ ਵੀ ਭਾਈ ਇੱਦਾਂ ਦੀਆਂ ਚੀਜ਼ਾਂ ਦੇ ਵੱਲ ਨੂੰ ਧਿਆਨ ਦਿਓ ਸਖਤੀ ਦੇ ਨਾਲ। ਤੇ ਬੜੀ ਜਿਹੜੀ ਚਾਹੇ ਪੁਲਿਸ ਤੋਂ ਲਓ, ਚਾਹੇ ਸ਼ੈਰਿਫ ਡਿਪਾਰਟਮੈਂਟ ਤੋਂ ਲਓ, ਉਹ ਟ੍ਰੇਨਿੰਗ ਦੇਣ ਨੂੰ ਤਿਆਰ ਨੇ ਵੀ ਇਹੋ ਜਿਹੇ ਮੌਕਿਆਂ ਤੇ ਕੀ ਜਿਹੜਾ ਹੋਣਾ ਆ। ਜਿੱਦਾਂ ਦੀ ਸਥਿਤੀ ਹਰਜੋਤ ਸਿੰਘ ਜੀ ਇਸ ਟਾਈਮ ਮੈਂਟਲ ਇਲਨੈਸ ਫੈਲ ਰਹੀ ਆ, ਜਾਂ ਲੋਕ ਵੈਸੇ ਹੀ ਪਾਗਲ ਹੋ ਗਏ ਆ ਵੀ ਮਾੜੇ ਜਿਹੇ ਗੁੱਸੇ ਦੇ ਉੱਤੇ ਚੱਲ ਚੱਡ ਕਰਕੇ ਤੇ ਕਿਸੇ ਨੂੰ ਮਾਰਨ ਚੱਲ ਜਾਂਦੇ ਆ, ਜਿਹਦਾ ਕੰਮ ਨਹੀਂ, ਕੋਈ ਕਾਰ ਨਹੀਂ, ਕਿਸੇ ਦੀ ਆਪਸੀ ਰੰਜਿਸ਼ ਦੇ ਵਿੱਚ ਵੀ ਦੂਜਿਆਂ ਦਾ ਕੋਈ ਧਿਆਨ ਨਹੀਂ ਕਰਦੇ, ਉਹ ਮਾਰਨ ਨੂੰ ਤੁਰ ਜਾਂਦੇ ਆ। ਇਹ ਭਾਈ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਆ, ਸਤਰਕ ਰਿਹਾ ਕਰੋ ਤੇ ਭਾਈ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਇਹ ਨਾ ਸੋਚੋ ਵੀ ਕੋਈ ਕਹਿ ਰਹੇ ਹੁਣ ਵੀ ਹੁਣ ਇਹ ਤਾਂ ਜਾਣਬੁੱਝ ਕੇ ਸਾਨੂੰ ਡਰਾਉਂਦੇ ਆ। ਵਨ ਆਫ ਇਵੈਂਟਸ ਆ,
ਪਰ ਇਹ ਵਨ ਆਫ ਇਵੈਂਟਸ ਹੋ ਬਹੁਤ ਰਹੀਆਂ ਆ ਤੇ ਐਜ਼ ਏ ਆਪਾਂ ਨੂੰ ਕਮਿਊਨਿਟੀ ਆਪਾਂ ਹੁਣ ਜਿੱਥੇ ਰਹਿ ਰਹੇ ਆ, ਜਿੱਥੇ ਇੱਕ ਖਤਰਾ ਮੰਡਰਾਉਂਦਾ ਰਹਿੰਦਾ ਆ, ਆਪਾਂ ਨੂੰ ਤਿਆਰੀ ਜਿਹੜੀ ਆ ਜਿਹੜੀ ਉਹ ਰੱਖਣੀ ਚਾਹੀਦੀ ਆ। ਕਈ ਲੋਕਾਂ ਦੇ ਲਈ ਇਹ ਬਹੁਤ ਸਦਮੇ ਵਾਲੀ ਗੱਲ ਹੁੰਦੀ ਆ, ਕਈ ਲੋਕਾਂ ਦੇ ਲਈ ਇਹ ਟਰੋਮਾ ਲੈ ਕੇ ਆਉਂਦੀ ਆ, ਐਂਗਜ਼ਾਇਟੀ ਲੈ ਕੇ ਆਉਂਦੀ ਆ। ਸੋ ਬੈਟਰ ਇਹੀ ਆ ਵੀ ਤੁਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਪ੍ਰਿਪੇਅਰ ਜਿਹੜਾ ਹੋਵੋ, ਟ੍ਰੇਨਿੰਗ ਵਗੈਰਾ ਇਸ ਚੀਜ਼ ਨੂੰ ਲੈ ਕੇ ਲਓ। ਗੁਰੂ ਘਰ ਵਾਲੇ ਵੀ ਜਿਹੜੇ ਇਸ ਚੀਜ਼ ਦੇ ਉੱਤੇ ਧਿਆਨ ਦੇਣ, ਜਿਹੜਾ ਬਹੁਤ ਹੀ ਜ਼ਿਆਦਾ ਗੰਭੀਰਤਾ ਦੇ ਨਾਲ ਇਸ ਦੇ ਉੱਤੇ ਧਿਆਨ ਦੇਣ। ਚਾਹੇ ਕਿਤੇ ਛੋਟੀ ਕਮਿਊਨਿਟੀ ਆ, ਚਾਹੇ ਕਿਤੇ ਵੱਡੀ ਕਮਿਊਨਿਟੀ ਆ, ਡਜ਼ਨਟ ਮੈਟਰ। ਤਿਆਰੀ ਜਿਹੜੀ ਉਹ ਆਪਾਂ ਨੂੰ ਇਸ ਚੀਜ਼ ਦੇ ਲਈ ਰਹਿਣਾ ਤਿਆਰ ਜਿਹੜਾ ਉਸ ਚੀਜ਼ ਦੇ ਲਈ ਰਹਿਣਾ ਚਾਹੀਦਾ ਆ। ਰੱਬ ਨਾ ਕਰੇ ਜੇ ਕਿਤੇ ਇਦਾਂ ਵਾਪਰਦਾ ਆ ਤਾਂ ਆਪਾਂ ਕੀ ਕਰਨਾ। ਜੀ। ਅਗਲੀ ਖਬਰ ਮੈਂ ਚਲੀਏ ਸੈਕਰਾਮੈਂਟੋ ਤੋਂ ਬ੍ਰੇਕਿੰਗ ਨਿਊਜ਼ ਆ ਰਹੀ ਆ। ਅੱਜ ਸਵੇਰੇ 8:30 ਵਜੇ ਹੁਣ ਤੋਂ ਘੰਟਾ ਕੁ ਪਹਿਲਾਂ ਹਾਈਵੇ 5 ਏਅਰਪੋਰਟ ਬੁਲੇਵਰਡ ਦੇ ਲਾਗੇ ਸੈਕਰਾਮੈਂਟੋ 'ਚ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ 'ਚ ਇੱਕ ਟਰੱਕ ਨੂੰ ਅੱਗ ਲੱਗ ਗਈ ਆ। ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਕਿਸੇ ਦਾ ਕੋਈ ਸੱਟਾਂ ਵਗੈਰਾ ਲੱਗੀਆਂ ਜਾਂ ਨਹੀਂ, ਪਰ I-5 ਨੂੰ ਬੰਦ ਕਰ ਦਿੱਤਾ ਗਿਆ ਆ ਨੂੰ ਦੁਪਹਿਰ ਤੱਕ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਸੈਕਰਾਮੈਂਟੋ ਜਾ ਰਹੇ ਆ ਜਾਂ ਟਰੱਕਰਸ ਜਾ ਰਹੇ ਆ, ਇੱਕ ਬਿਗ ਰਿਗ ਨੇ ਜੋ ਫ੍ਰੀਵੇ ਦਾ ਸਾਈਨ ਪੋਲ ਸੀ ਉਹਨੂੰ ਹਿੱਟ ਕੀਤਾ। ਉਹ ਤੋਂ ਬਾਅਦ ਅੱਗ ਲੱਗ ਗਈ ਟਰੱਕ ਨੂੰ, ਤੇ ਲੱਕਲੀ ਕਹਿੰਦੇ ਡਰਾਈਵਰ ਆ ਜੋ ਹਜੇ ਸਟੇਬਲ ਕੰਡੀਸ਼ਨ 'ਚ ਆ, ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਆ, ਉਸ ਨੂੰ ਹਸਪੀਟਲਾਈਜ਼ ਕੀਤਾ ਗਿਆ ਆ। ਸਾਰੀਆਂ ਲੇਨਸ ਕਲੋਜ਼ ਹੈਗੀਆਂ ਹਾਈਵੇ 5 ਦੀਆਂ, ਤੇ ਉਹਨੂੰ ਕੈਲਟ੍ਰੇਨ ਦਾ ਜੋ ਕ੍ਰਿਊ ਆ ਕਲੀਨ ਅਪ ਕਰਨ ਲੱਗਾ ਹੋਇਆ ਆ। ਸੋ ਇਹ ਜੋ ਸੈਕਰਾਮੈਂਟੋ ਵੱਲ ਜਾ ਰਹੇ ਆ ਹਾਈਵੇ 5 ਤੇ, ਜਾਂ ਉਧਰੋਂ ਆ ਰਹੇ ਆ ਓਰੀਗਨ ਵੱਲੋਂ, ਕੈਨੇਡਾ ਵੱਲੋਂ, ਸੋ ਕਾਫੀ ਬੈਕਅਪ ਆ I-5 ਤੇ ਇਹ ਵਾਪਰਿਆ ਵੀ ਉਸ ਟਾਈਮ ਆ ਜਿਸ ਟਾਈਮ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ, 8 ਵਜੇ ਸਵੇਰੇ 8:44 ਤੇ। ਹੁਣ ਤੋਂ ਐਗਜ਼ੈਕਟਲੀ ਕੁਛ ਕੁ ਮਿੰਟ ਪਹਿਲਾਂ ਹੀ ਇਹ ਜੋ ਐਕਸੀਡੈਂਟ ਆ ਵਾਪਰਿਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਰੂਸ ਯੂਕਰੇਨ ਦੇ ਜਿਹੜੇ ਜੰਗ ਦੇ ਜਿਹੜੇ ਸੰਬੰਧੀ ਬੀਤੇ ਦਿਨਾਂ ਦੇ ਵਿੱਚ ਨਾਟੋ ਦੇ ਜਿਹੜੇ ਮੁਲਕ ਆ, ਯੂਰਪੀਅਨ ਤੇ ਅਮਰੀਕਨ ਮੁਲਕ ਜਿਹੜੇ ਇਕੱਠੇ ਹੋਏ ਯੂਕਰੇਨ ਨੂੰ ਜਿਹੜੀ ਫੌਜੀ ਸਹਾਇਤਾ ਦੇਣ ਦੇ ਲਈ ਕਿੱਦਾਂ ਦੇ ਹਥਿਆਰ ਉਸ ਨੂੰ ਦੇਣੇ ਆ। ਜਰਮਨੀ ਅਜੇ ਵੀ ਆਨਾਕਾਨੀ ਇਸ ਚੀਜ਼ ਦੇ ਵਿੱਚ ਕਰ ਰਿਹਾ ਸੀਗਾ ਵੀ ਹਥਿਆਰ ਦਈਏ ਨਾ ਦਈਏ, ਇੱਕ ਪੈਰ ਗਾਂਹ ਕਰਕੇ ਪਿੱਛੇ ਖਿੱਚ ਲਿਆ ਜਾਂਦਾ ਸੀਗਾ। ਹੁਣ ਪੋਲੈਂਡ ਕਹਿੰਦੇ ਜਰਮਨੀ ਤੋਂ ਆਗਿਆ ਲੈਣ ਬਾਰੇ ਸੋਚ ਰਿਹਾ ਹੈ ਵੀ ਪੁੱਛਣਗੇ ਵੀ ਕੀ ਯੂਕਰੇਨ ਨੂੰ ਜਿਹੜੇ ਉਹਨਾਂ ਦੇ ਟੈਂਕ ਹੈਗੇ ਆ ਉਹ ਘੱਲਣ ਦੇ ਲਈ ਉਹ ਆਗਿਆ ਦਿੰਦੇ ਆ, ਇਜਾਜ਼ਤ ਦੇ ਰਹੇ ਆ ਜਾਂ ਨਹੀਂ, ਕਿਉਂਕਿ ਇਹ ਜਰਮਨ ਮੇਡ ਹੀ ਲੀਪਾਰਡ ਬੈਟਲ ਟੈਂਕਸ ਹੈਗੇ ਆ ਤੇ ਇਸ ਲਈ ਜਰਮਨੀ ਤੋਂ ਆਗਿਆ ਜਿਹੜੀ ਉਹ ਮੰਗ ਰਹੇ ਆ। ਪਰ ਨਾਲ ਹੀ ਪੋਲੈਂਡ ਨੇ ਵੀ ਕਿਹਾ ਵੀ ਚਾਹੇ ਜਰਮਨੀ ਮੰਨੇ ਜਾਂ ਨਾ ਮੰਨੇ, ਅਸੀਂ ਇਹ ਜਿਹੜੇ ਹਥਿਆਰ ਉਸ ਨੂੰ ਦੇਵਾਂਗੇ, ਯੂਕਰੇਨ ਨੂੰ ਦੇਵਾਂਗੇ ਜਿਹੜੇ ਰੂਸ ਦੇ ਨਾਲ ਲੜਨ ਦੇ ਲਈ। ਪੋਲੈਂਡ ਦੇ ਪ੍ਰਾਈਮ ਮਿਨਿਸਟਰ ਮੈਥਿਊਸ ਮੋਰਾਵਿਸਕੀ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ ਆਪਣੀ ਕੰਟਰੀ ਨੂੰ ਉਹ ਪੁਸ਼ ਕਰ ਰਹੇ ਆ ਵੀ ਜਿਹੜੀ ਲੌਂਗ ਸਟੈਂਡਿੰਗ ਬੜੇ ਚਿਰ ਤੋਂ ਯੂਕਰੇਨ ਦੀ ਪੋਲੀਟੀਕਲ ਤੇ ਮਿਲਟਰੀ ਲੀਡਰਸ ਦੀ ਇਹ ਮੰਗ ਸੀ ਵੀ ਜਿਹੜੇ ਲਿਓਪਾਰਡ ਟੈਂਕ ਨੇ ਜਰਮਨ ਦੇ ਬਣਾਏ ਹੋਏ ਉਹ ਉਹਨਾਂ ਨੂੰ ਜਿਹੜਾ ਉਹ ਮਿਲਣ। ਤੇ ਜਰਮਨੀ ਕਹਿੰਦੇ ਆ ਵੀ ਐਜ਼ ਏ ਮੈਨੂਫੈਕਚਰਿੰਗ ਨੇਸ਼ਨ ਉਹਦਾ ਅਪਰੂਵਲ ਐਕਸਪੋਰਟ ਕਰਨ ਦੇ ਲਈ ਕਿਸੇ ਹੋਰ ਤੀਜੇ ਮੁਲਕ ਨੂੰ ਉਹ ਜ਼ਰੂਰੀ ਜਿਹੜਾ ਹੋਊਗਾ। ਯੂਕਰੇਨ ਦਾ ਪ੍ਰੈਜ਼ੀਡੈਂਟ ਵਲੋਦੀਮਿਰ ਜ਼ੈਲੈਂਸਕੀ ਉਹਨੇ ਜਿਹੜੇ ਆਪਣੇ ਕਮਾਂਡਰਸ ਦੇ ਨਾਲ ਜਿਹੜਾ ਉਹ ਕਿਹਾ ਆ, ਉਹਦੇ ਕਮਾਂਡਰਸ ਨੇ ਜਿਹੜਾ ਉਹ ਦੱਸਿਆ ਆ CBS ਦੇ ਨਾਲ ਇੰਟਰਵਿਊ ਕਰਦੇ ਹੋਏ ਵੀ ਕਾਫੀ ਕਹਿੰਦੇ ਵੀ ਠੰਡ ਸੀਗੀ ਉੱਥੇ ਫਰੰਟ ਲਾਈਨ ਦੇ ਉੱਤੇ ਜਿਹੜੀ ਉਹ ਇੰਟਰਵਿਊਜ਼ ਜਿਹੜੀਆਂ ਹੋਈਆਂ ਸੀ। ਕਹਿੰਦੇ ਵੀ ਸਾਨੂੰ ਐਡਵਾਂਸਡ 에ਅਰ ਡਿਫੈਂਸ ਮਿਜ਼ਾਈਲ ਸਿਸਟਮ ਦੇ ਨਾਲ ਮੇਨ ਬੈਟਲ ਟੈਂਕਸ ਦੀ ਇਸ ਟਾਈਮ ਜ਼ਰੂਰਤ ਆ ਤੇ ਉਹਨਾਂ ਦੇ ਵਿਸ਼ ਲਿਸਟ ਦੇ ਵਿੱਚ ਟੌਪ ਦੇ ਉੱਤੇ ਹੈਗਾ ਆ। ਯੂਰਪੀਅਨ ਯੂਨੀਅਨ ਦੀ ਸੰਘ ਦੀ ਮੀਟਿੰਗ ਦੇ ਵਿੱਚ ਜਰਮਨ ਦੇ ਜਿਹੜੇ ਫੋਰਨ ਮਿਨਿਸਟਰ ਐਨਾਲੀਨਾ ਬੇਅਰਬੌਕ ਉਹਨਾਂ ਨੇ ਇਸ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ ਕਿ ਜਰਮਨੀ ਪੋਲੈਂਡ ਨੂੰ ਆਗਿਆ ਦਊਗਾ ਜਿਹੜੇ ਤੀਸਰੇ ਮੁਲਕ ਨੂੰ ਲਿਓਪਾਰਡ ਟੈਂਕ ਜਿਹੜੇ ਉਹ ਘੱਲਣ ਦੀ ਜਾਂ ਨਹੀਂ। ਸੋ ਹਾਲ ਦੀ ਘੜੀ ਕਹਿੰਦੇ ਵੀ ਉਹ ਗਵਰਨਮੈਂਟ ਨੂੰ ਪੁੱਛ ਕੇ ਹੀ ਇਸ ਦੇ ਉੱਤੇ ਕੋਈ ਟਿੱਪਣੀ ਕਰਨਗੇ। ਜੀ। ਫਿਨਲੈਂਡ ਦੇ ਫੋਰਨ ਮਿਨਿਸਟਰ ਪੇਕਾ ਹਾਵਿਸਟੋ ਉਹਨਾਂ ਨੇ ਵੀ ਇਹ ਕਿਹਾ ਆ ਕਿ ਯੂਕਰੇਨ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਮੁਲਕ ਲਿਓਪਾਰਡ ਟੈਂਕਸ ਦੇਣ ਜਾ ਰਿਹਾ ਆ। ਜਰਮਨ ਨੂੰ ਵੀ ਸਾਰੇ ਪੁਸ਼ ਕਰ ਰਹੇ ਆ ਵੀ ਬਾਲਟਿਕ ਸਟੇਟਸ ਜਲਦੀ ਤੋਂ ਜਲਦੀ ਸਪੋਰਟ ਕਰਨਾ ਚਾਹੀਦਾ ਆ। ਲਿਥੂਆਨੀਆ ਦੇ ਕਾਊਂਟਰ ਪਾਰਟ
ਜੋ ਕਾਊਂਟਰ ਪਾਰਟ ਆ ਉਹ ਵੀ ਇਹ ਕਹਿੰਦੇ ਆ ਵੀ ਸਾਨੂੰ ਇਮੀਡੀਏਟਲੀ ਐਕਟ ਕਰਨਾ ਚਾਹੀਦਾ, ਕਿਉਂਕਿ ਇਸ ਵੇਲੇ ਜੋ ਸਿਚੁਏਸ਼ਨ ਆ ਬੜੀ ਖਤਰਨਾਕ ਹੋਈ ਪਈ ਹੈਗੀ ਆ। ਯੂਰਪੀਅਨ ਯੂਨੀਅਨ ਐਕਸਪੈਕਟ ਕਰ ਰਿਹਾ ਵੀ ਉਹ 500 ਮਿਲੀਅਨ ਪਾਉਂਡ ਜੋ ਹੈਗੇ ਆ ਆਰਮ ਫੰਡਿੰਗ ਯੂਕਰੇਨ ਨੂੰ ਦੇ ਰਹੇ ਆ, ਉਸ ਨੂੰ ਸਾਈਨ ਆਫ ਕਰ ਦੇਣਗੇ। ਸੋ ਕਾਫੀ ਜ਼ਿਆਦਾ ਜਿਹੜੀ ਸਪੋਰਟ ਆ ਇਸ ਟਾਈਮ ਜਰਮਨ ਦੀ ਯੂਕਰੇਨ ਦੀ ਹੋ ਰਹੀ ਹੈ ਵੱਖ-ਵੱਖ ਮੁਲਕਾਂ ਵੱਲੋਂ। ਜੀ। ਅਗਲੀ ਖਬਰ ਵੱਲ ਚੱਲੀਏ। ਪਾਕਿਸਤਾਨ ਇੰਡੀਆ ਦਾ ਗੁਆਂਢੀ ਮੁਲਕ ਇੱਕ ਵਾਰੀ ਫੇਰ ਉੱਥੇ ਸੈਕੰਡ ਮੇਜਰ ਬ੍ਰੇਕਡਾਊਨ ਹੋਇਆ ਆ ਉਹਨਾਂ ਦੀ ਪਾਵਰ ਦੇ ਵਿੱਚ। ਬਿਜਲੀ ਚਲ ਗਈ ਲੋਕਾਂ ਦੀ, ਲੱਖਾਂ ਲੋਕਾਂ ਦੀ। ਕਹਿੰਦੇ ਵੀ ਇਹ ਉਹਨਾਂ ਦਾ ਜਿਹੜਾ ਗ੍ਰਿਡ ਸਿਸਟਮ ਆ, ਲੱਖਾਂ ਨਹੀਂ ਇਕੱਲੇ ਮਿਲੀਅਨਸ ਆਫ ਲੋਕ ਦੀ ਗਈ ਆ। ਕਹਿੰਦੇ ਗ੍ਰਿਡ ਸਿਸਟਮ ਦੂਜੀ ਵਾਰੀ ਇਹ ਫੇਲ ਹੋਇਆ ਆ। ਵਰਸਟ ਇਲੈਕਟ੍ਰਿਸਿਟੀ ਆਊਟੇਜ ਹੋਈ ਆ ਮਹੀਨਿਆਂ ਦੇ ਵਿੱਚ। ਇਨਕੁਆਰੀ ਉਹਨਾਂ ਨੇ ਸੈਟਅਪ ਕੀਤੀ ਆ ਵੀ ਕੀ ਹੋ ਰਿਹਾ ਆ, ਪਰ ਐਨਰਜੀ ਮਿਨਿਸਟਰ ਜੋ ਖੁਰਮ ਦਸਤਗੀਰ ਆ, ਉਹਨਾਂ ਨੇ ਇਹ ਕਿਹਾ ਵੀ ਆਪਾਂ ਜਲਦੀ ਤੋਂ ਜਲਦੀ ਰੀਸਟੋਰ ਕਰ ਰਹੇ ਹੈਗੇ ਬਿਜਲੀ ਨੂੰ। ਕੁਛ ਕੁ ਲੋਕ ਜਿਹੜੇ ਆ ਹਜੇ ਬਿਜਲੀ ਤੋਂ ਬਿਨਾਂ ਆ। 220 ਮਿਲੀਅਨ ਦੇ ਕਰੀਬ ਪਾਕਿਸਤਾਨ ਦੀ ਪੋਪੂਲੇਸ਼ਨ ਹੈਗੀ ਆ। ਕਹਿੰਦੇ ਵੀ ਮੈਜੋਰਟੀ 'ਚ ਲੋਕ ਡੇਲੀ ਬੇਸਿਸ ਬਿਜਲੀ ਤੋਂ ਬਿਨਾਂ ਰਹਿੰਦੇ ਹੈਗੇ। ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰਦੀਆਂ ਰਹਿੰਦੀਆਂ। ਪਾਕਿਸਤਾਨ ਦੀ ਸਭ ਤੋਂ ਵੱਡਾ ਸ਼ਹਿਰ ਤੇ ਇਕਨੋਮਿਕ ਹੱਬ ਕਰਾਚੀ, ਉੱਥੇ ਕਹਿੰਦੇ ਵੀ ਆਉਣ ਵਾਲੇ ਕੁਛ ਕੁ ਘੰਟਿਆਂ ਦੇ ਵਿੱਚ ਬਿਜਲੀ ਦੁਬਾਰਾ ਕੀ ਰੀਸਟੋਰ ਕਰ ਦਿੱਤੀ ਜਾਊਗੀ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਦੱਸਿਆ ਜਾ ਰਿਹਾ ਆ, ਸਭ ਨੂੰ ਯਾਦ ਆ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕ੍ਰਿਸਟਨ ਸਿਨੇਮਾ, ਜਿਹਨੇ ਰੀਸੈਂਟਲੀ ਆਪਣੇ ਆਪ ਨੂੰ ਐਡ ਕੀਤਾ ਆ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ, ਉਸ ਦੀ ਸੈਨੇਟ ਸੀਟ ਨੂੰ ਚੁਣੌਤੀ ਦੇਣ ਦੇ ਲਈ ਗੈਲੇਗੋ ਉਹਨਾਂ ਨੇ ਆਪਣੀ ਅਫੀਸ਼ੀਅਲ ਲਾਂਚ ਬਿਡ ਜਿਹੜੀ ਉਹ ਲਾਂਚ ਕਰ ਦਿੱਤੀ। ਰੂਬਨ ਗੈਲੇਗੋ 2024 ਦੇ ਲਈ ਸੈਨੇਟ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਜਿਹੜੀ ਆ ਉਸ ਦੇ ਲਈ ਰਨ ਜਿਹੜੇ ਉਹ ਕਰਨਗੇ। ਹੁਣ ਦੇਖੋ ਸੈਨੇਟਰ ਸਿਨੇਮਾ ਜਿਨ੍ਹਾਂ ਨੇ ਡੈਮੋਕ੍ਰੇਟ ਪਾਰਟੀ ਹੁਣ ਛੱਡ ਦਿੱਤੀ ਆ, ਤੇ ਉਹ ਕਹਿੰਦੇ ਵੀ ਉਹਨਾਂ ਨੇ ਐਰੀਜ਼ੋਨਾ ਨੂੰ ਵੀ ਇੱਕ ਹਿਸਾਬ ਦੇ ਨਾਲ ਅਬੈਂਡਨ ਕਰਤਾ ਆ, ਇਸ ਲਈ ਉਹ ਇਸ ਦੇ ਉਲਟ ਰਨ ਕਰਨ ਜਾ ਰਹੇ। ਜੀ। ਐਲੈਕਸ ਮੋਰਡੋ ਉਸ ਨੂੰ 2021 ਦੇ ਵਿੱਚ ਆਪਣੀ ਵਾਈਫ ਨੂੰ ਮਾਰਨ ਦੇ ਚੱਕਰ ਦੇ ਵਿੱਚ ਉਹਦਾ ਜਿਹੜਾ ਟਰਾਇਲ ਆ ਚੱਲ ਰਿਹਾ ਹੈਗਾ ਆ। ਜੋ ਐਲੈਕਸ ਮੋਰਡੋ ਸੀ, ਇਹ ਇੱਕ ਸਾਊਥ ਕੈਰੋਲੀਨਾ ਦਾ ਅਟਾਰਨੀ ਆ। ਉਹ ਹਜੇ ਵੀ ਫਾਈਟ ਕਰ ਰਿਹਾ ਵੀ ਮੈਂ ਆਪਣਾ ਜੋ ਲਾਅ ਦਾ ਲਾਇਸੈਂਸ ਆ, ਕਿਉਂਕਿ ਉਹ ਲਾਇਰ ਆ, ਪ੍ਰੈਕਟਿਸਿੰਗ ਲਾਇਰ ਸੀ, ਹਜੇ ਵੀ ਉਹ ਛੱਡਣਾ ਨਹੀਂ। ਕਹਿੰਦੇ ਵੀ ਈਵਨ ਦੋ ਮੈਂ ਕਾਫੀ ਮਿਸਟੇਕਸ ਕੀਤੀਆਂ ਆ, ਕਈ ਲੋਕਾਂ ਦੇ ਮਨੀ ਨੂੰ ਵੀ ਉਸਨੇ ਚੋਰੀ ਕੀਤਾ ਹੈਗਾ, ਫਾਈਨੈਂਸ਼ੀਅਲ ਮੈਸ ਕੀਤੀ ਹੈਗੀ ਆ। 100 ਤੋਂ ਵੱਧ ਕ੍ਰਿਮੀਨਲ ਚਾਰਜਸ ਉਹਦੇ ਉੱਤੇ ਲੱਗੇ ਹੋਏ ਆ। ਤੇ ਅੱਜ ਕੱਲ ਉਹ ਆਪਣੀ ਵਾਈਫ ਨੂੰ ਤੇ ਇੱਕ ਉਹਦਾ ਜਿਹੜਾ ਜਵਾਨ ਮੁੰਡਾ ਆ, ਉਹਨਾਂ ਦੋਨਾਂ ਨੂੰ ਗੋਲੀਆਂ ਮਾਰਨ ਦੇ ਚੱਕਰ ਦੇ ਵਿੱਚ ਉਹਦੇ ਉੱਤੇ ਜੋ ਟਰਾਇਲ ਆ ਉਹ ਚੱਲ ਰਿਹਾ ਹੈਗਾ। ਜੂਨ 2021 ਦੇ ਵਿੱਚ ਉਸਨੇ ਇਹ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਿਆ ਸੀ। ਅੱਜ 12 ਦੇ ਕਰੀਬ ਜੂਰਰਸ ਜੋ ਹੈਗੇ ਆ ਇਸ ਟਰਾਇਲ ਦੇ ਵਿੱਚ ਡਿਸਾਈਡ ਕਰਨਗੇ ਤੇ ਉਹਨੂੰ ਜਿਹੜੀ ਸਜ਼ਾ ਆ ਕੀ ਦਿੱਤੀ ਜਾਊਗੀ। ਸੋ ਦੇਖਦੇ ਆ। ਕਈ ਜੋ ਪ੍ਰੋਸੀਕਿਊਟਰ ਆ ਉਹ ਇਹ ਕਹਿ ਰਹੇ ਆ ਵੀ ਇਸ ਨੂੰ ਡੈਥ ਪੈਨਲਟੀ ਦਿੱਤੀ ਜਾਣੀ ਚਾਹੀਦੀ ਹੈਗੀ ਆ, ਤੇ ਪਰ ਉਹ ਇਹ ਵੀ ਹੋ ਸਕਦਾ ਹੈ ਵੀ ਲਾਈਫ ਵਿਦਾਊਟ ਪੈਰੋਲ। ਤੇ ਜੇ ਮਰਡੋ ਨੂੰ ਕਨਵਿਕਟ ਕੀਤਾ ਗਿਆ ਮਰਡਰ ਦੇ ਵਿੱਚ, ਘੱਟੋ ਘੱਟ 30 ਸਾਲਾਂ ਦੀ ਸਜ਼ਾ ਆ ਉਸ ਨੂੰ ਹੋਊਗੀ। ਜੀ, ਜੀ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਹਾਈ ਪ੍ਰੋਫਾਈਲ ਕੇਸ ਇਸ ਟਾਈਮ ਬਣਦਾ ਜਾ ਰਿਹਾ ਹੈਗਾ ਆ। ਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਦੇ ਸਿਲਸਿਲੇ ਨੂੰ ਇੱਦਾਂ ਹੀ ਜਿਹੜਾ ਜਾਰੀ ਰੱਖਾਂਗੇ। ਮਿਲਦੇ ਹਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ਜੀਤ 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 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਤਾਂ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਅਜय ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਯੂਕੇ ਦੀ ਖਬਰ ਸਾਂਝੀ ਕਰਦੇ ਜਾਈਏ। ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੇ ਆਪਣੇ ਐਥਿਕ ਐਡਵਾਈਜ਼ਰ ਨੂੰ ਇਹ ਕਿਹਾ ਆ ਵੀ ਜੋ ਉੱਥੇ ਦਾ ਨਦੀਮ ਜਹਾਵੀ ਕਰਕੇ ਆ
ਉਸ ਨੂੰ ਕੰਜ਼ਰਵੇਟਿਵ ਪਾਰਟੀ ਦਾ ਚੇਅਰ ਹੈਗਾ। ਕਹਿੰਦੇ ਵੀ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਕਿਉਂਕਿ ਉਸ ਨੇ ਮਿਲੀਅਨਸ ਆਫ ਪਾਉਂਡਸ ਜੋ ਇੰਗਲੈਂਡ ਦੀ ਕਰੰਸੀ ਹੈਗੀ ਆ, ਉਹ ਟੈਕਸਸ ਨਹੀਂ ਦਿੱਤੇ HMRC ਨੂੰ। ਤੇ ਕਹਿੰਦੇ ਵੀ ਜੇ ਇਦਾਂ ਦੇ ਐਥਿਕਸ ਵਾਲਾ ਬੰਦਾ ਸਾਡੀ ਪਾਰਟੀ ਦੇ ਵਿੱਚ ਆ, ਫਿਰ ਇਹ ਗੁੱਡ ਨਹੀਂ ਹੈਗਾ ਤੇ ਉਸ ਦੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰੋ। ਹਜੇ ਤੱਕ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਸ ਨੂੰ ਸੈਕ ਕੀਤਾ ਜਾਊਗਾ ਜਾਂ ਉਸ ਨੂੰ ਫੋਰਸ ਕੀਤਾ ਜਾਊਗਾ ਵੀ ਆਪਣੀ ਜੌਬ ਤੋਂ ਰਿਜ਼ਾਈਨ ਕਰੇ। ਪਰ ਇਹ ਜੋ ਇਨਕੁਆਇਰੀ ਆ, ਉਹ ਪ੍ਰਾਈਮ ਮਿਨਿਸਟਰ ਦੇ ਆਫਿਸ ਨੇ ਇਸ ਕੰਜ਼ਰਵੇਟਿਵ ਪਾਰਟੀ ਦੇ ਜੋ ਚੇਅਰ ਆ ਜਹਾਵੀ, ਉਹਨਾਂ ਦੀ ਸ਼ੁਰੂ ਕਰਾ ਦਿੱਤੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਦੇ ਕੋਲੋਂ ਕਲਾਸੀਫਾਈਡ ਡਾਕੂਮੈਂਟਸ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਦੱਸਿਆ ਆ, ਇਹਨਾਂ ਨੂੰ ਕੁਝ ਹੋਰ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਪ੍ਰੈਜ਼ੀਡੈਂਟ ਬਾਈਡਨ ਦੇ ਕੋਲੋਂ ਮਿਲੇ ਨੇ। ਕਹਿੰਦੇ ਵੀ ਇਹ ਇਸ ਵਾਰ ਡਾਕੂਮੈਂਟਸ ਉਸ ਤੋਂ ਵੀ ਪੁਰਾਣੇ ਜਿਹੜੇ ਉਹ ਲੱਭ ਰਹੇ ਨੇ, ਜਦੋਂ ਇਹ ਸੈਨੇਟਰ ਦੇ ਤੌਰ ਦੇ ਉੱਤੇ ਵਿਚਰਦੇ ਸੀਗੇ। ਸੋ FBI ਨੇ 13 ਘੰਟੇ ਇਹਨਾਂ ਦੇ ਜਿਹੜੇ ਵੱਖ-ਵੱਖ ਜਿਹੜੇ ਵੈਲਮਿੰਗਟਨ ਡੈਲਾਵੇਅਰ ਦੇ ਵਿੱਚ ਜਿਹੜਾ ਘਰ ਆ, ਉੱਥੇ ਸਰਚ ਜਿਹੜੀ ਉਹ ਕੀਤੀ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਸਾਂਝੇ ਤੌਰ ਦੇ ਉੱਤੇ ਪਲਾਨ ਤੇ ਕੰਸੈਂਸ਼ੂਅਲ ਜਿਹੜੀ ਉਹ ਸਰਚ ਸੀਗੀ, ਜਿੱਦਾਂ ਮਾਰ-ਆ-ਲਾਗੋ ਵਾਲੀ ਉਹ ਰੇਡ ਮਾਰੀ ਸੀਗੀ ਤੇ ਇਹ ਹੁਣ ਇਹ ਕਿਹਾ ਜਾ ਰਿਹਾ ਵੀ ਨਹੀਂ ਜੀ, ਇਹ ਤਾਂ ਮਿਲ-ਜੁਲ ਕੇ ਇਹਨਾਂ ਨੇ ਜਿਹੜੀ ਇਹ ਸਰਚ ਜਿਹੜੀ ਕੀਤੀ। 13 ਘੰਟੇ ਸਰਚ ਚੱਲੀ ਤੇ ਕੁਝ ਹੋਰ ਡਾਕੂਮੈਂਟਸ ਜਿਹੜੇ ਆ ਇਹ ਇਹਨਾਂ ਦੇ ਲੱਭੇ ਨੇ। ਸੋ ਬਾਈਡਨ ਦੇ ਜਿਹੜੇ ਡਾਕੂਮੈਂਟ ਮੈਟਸ ਆ, ਉਹ ਲੱਗਦਾ ਆ ਵੀ ਇਹਨਾਂ ਨੂੰ ਕਾਫੀ ਮਹਿੰਗਾ ਜਿਹੜਾ ਆ ਉਹ ਪੈ ਸਕਦਾ ਆ। ਸੈਨੇਟਰ ਜੋ ਮੈਨਸ਼ਨ ਜਿਹੜੇ ਵੈਸਟ ਵਰਜੀਨੀਆ ਤੋਂ ਨੇ, ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ, ਉਹਨਾਂ ਨੇ ਜਿਸ ਹਿਸਾਬ ਦੇ ਨਾਲ ਇਹ ਡਾਕੂਮੈਂਟਸ ਦੀ ਸਾਂਭ ਸੰਭਾਲ ਕੀਤੀ ਹੈ ਜਾਂ ਉਹਨਾਂ ਨੇ ਰੱਖੇ ਆ, ਟੋਟਲੀ ਇਰਰਿਸਪੋਂਸੀਬਲ ਆ, ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਜਿਹੜੇ ਉਹ ਕੀਤੇ ਨੇ। ਤੇ ਜਿਹੜੇ ਸੈਨੇਟਰ ਟਿਮ ਕੇਨ ਨੇ, ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਜਿਹੜੇ ਗੱਲ ਕਰਦੇ ਹੋਏ ਕਿਹਾ ਆ, ਕਹਿੰਦੇ ਵੀ ਇਹ ਜਿਹੜੀ ਖਬਰ ਆ, ਇਹ ਇੱਕ ਵੱਡੇ ਸਵਾਲ ਤੇ ਸੀਰੀਅਸ ਗੰਭੀਰ ਸਵਾਲਾਂ ਨੂੰ ਉਠਾਉਂਦੀ ਆ ਵੀ ਜਿਹੜੇ ਅਨਬਾਇਸਡ ਸਪੈਸ਼ਲ ਪ੍ਰੋਸੀਕਿਊਟਰ ਇਸ ਇਨਵੈਸਟੀਗੇਸ਼ਨ ਨੂੰ ਜਿਹੜੇ ਉਹ ਕਰ ਰਹੇ ਆ, ਵੀ ਉਹ ਇਸ ਦੇ ਉੱਤੇ ਕੀ ਇਵੈਂਚੁਅਲੀ ਜਿਹੜੇ ਉਹ ਫੈਸਲਾ ਲੈਣਗੇ। ਸੋ ਲਗਾਤਾਰ ਡਾਕੂਮੈਂਟਸ ਲੱਭਣ ਦਾ ਸਿਲਸਿਲਾ ਬਾਈਡਨ ਹੁਣਾਂ ਦੇ ਘਰੋਂ ਉਹ ਰੁਕ ਨਹੀਂ ਰਿਹਾ। ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਰਹਿੰਦੇ ਹੋਏ ਤੇ ਹੁਣ ਜਦੋਂ ਇਹ ਸੈਨੇਟਰ ਹੁੰਦੇ ਸੀ, ਉਹ ਵਾਲੇ ਡਾਕੂਮੈਂਟਸ ਵੀ ਮਿਲ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜੋਬਲੈਸ ਜੋ ਬਿਨਾਂ ਨੌਕਰੀ ਤੋਂ ਲੋਕ ਹੈਗੇ ਇਸ ਟਾਈਮ ਲੇ ਆਫ ਹੋ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ। ਖਾਸ ਕਰਕੇ ਜੋ ਇੰਡੀਅਨ ਟੈਕੀਜ਼ ਆ, ਉਹਨਾਂ ਦਾ ਜੋ ਫਿਊਚਰ ਆ ਬੜਾ ਮਾੜਾ ਆ ਇਸ ਟਾਈਮ ਦੇ ਉੱਤੇ। H1B ਵੀਜ਼ੇ ਦੇ ਉੱਤੇ ਜੋ ਲੋਕ ਕੰਮ ਕਰ ਰਹੇ ਸੀ, ਉਹ ਮੈਜੋਰਟੀ 'ਚ ਜੇ ਮੈਜੋਰਟੀ ਨਹੀਂ ਤਾਂ ਘੱਟੋ ਘੱਟ 40% ਲੇ ਆਫ ਹੋਣ ਵਾਲਿਆਂ ਦੇ ਵਿੱਚ ਹੈਗੇ ਆ। ਵਾਸ਼ਿੰਗਟਨ ਪੋਸਟ ਦੇ ਮੁਤਾਬਕ 2 ਲੱਖ ਦੇ ਕਰੀਬ IT ਵਰਕਰਸ ਨਵੰਬਰ ਮਹੀਨੇ ਤੋਂ ਲੈ ਕੇ ਜਨਵਰੀ ਹੁਣ ਤੱਕ 23 ਤੱਕ ਲੇ ਆਫ ਹੋ ਚੁੱਕੇ ਆ। ਇਹ ਇੱਕ ਰੈਕੋਰਡ ਨੰਬਰ ਆ। ਬੜੀਆਂ ਹੀ ਰਿਪੂਟਡ ਵੈਲ ਨੋਨ ਕੰਪਨੀਆਂ ਜੋ ਆ, ਜਿਸ ਤਰ੍ਹਾਂ ਗੂਗਲ ਆ, ਮਾਈਕਰੋਸਾਫਟ ਆ, ਫੇਸਬੁੱਕ ਤੇ ਐਮਾਜ਼ੋਨ, ਇੱਦਾਂ ਦੀਆਂ ਕੰਪਨੀਆਂ ਨੇ ਇੰਜੀਨੀਅਰ ਜਾਂ IT ਵਰਕਰਸ ਆ, ਉਹਨਾਂ ਨੂੰ ਲੇ ਆਫ ਕੀਤਾ ਆ। 40% ਦੇ ਕਰੀਬ ਇੰਡੀਅਨ IT ਪ੍ਰੋਫੈਸ਼ਨਲਸ ਆ ਇਹਨਾਂ ਦੇ ਵਿੱਚੋਂ। ਸੋ ਪ੍ਰੋਬਲਮ ਸਭ ਤੋਂ ਵੱਡੀ ਇਹਨਾਂ ਦੀ ਇਹ ਆ, ਜੋ H1B ਵੀਜ਼ੇ ਤੇ ਆ ਜਾਂ L1 ਵੀਜ਼ੇ ਤੇ ਆ, ਜੇ ਉਹ 60 ਦਿਨਾਂ ਦੇ ਵਿੱਚ ਜੌਬ ਨਹੀਂ ਲੱਭ ਸਕਦੇ ਤੇ ਉਹਨਾਂ ਨੂੰ ਇਹ ਮੁਲਕ ਛੱਡ ਕੇ ਇੰਡੀਆ ਜਾਣਾ ਪਊਗਾ। ਜੀ। ਕਈ ਲੋਕ ਇੱਦਾਂ ਦੀਆਂ ਦਰਦਨਾਕ ਸਟੋਰੀਆਂ ਉਹਨਾਂ ਦੀਆਂ ਆ ਰਹੀਆਂ ਕਿ 3 ਹਫ਼ਤੇ ਪਹਿਲਾਂ ਮੈਂ ਆ ਕੇ ਜੌਬ ਜੁਆਇਨ ਕੀਤੀ ਸੀ ਤੇ ਹੁਣ ਲੇ ਆਫ ਹੋ ਗਈ ਤੇ ਹੁਣ ਮੈਨੂੰ ਵਾਪਸ ਜਾਣਾ ਪੈਣਾ। ਇੱਦਾਂ ਹੀ ਇੱਕ ਹੋਰ ਸਿੰਗਲ ਮਦਰ ਦੀ ਸਟੋਰੀ ਆ ਰਹੀ ਆ ਵੀ ਮੇਰਾ ਬੱਚਾ ਹੈ ਜੋ ਹਾਈ ਸਕੂਲ ਚੋਂ ਗ੍ਰੈਜੂਏਟ ਹੋ ਕੇ ਹੁਣ ਕਾਲਜ ਲਈ ਲੱਭ ਰਿਹਾ ਸੀ ਕਿਹੜੇ ਕਾਲਜ ਨੂੰ ਜੁਆਇਨ ਕਰਨਾ, ਤੇ ਹੁਣ ਉਸ ਦੀ ਲੇ ਆਫ ਹੋ ਗਈ ਤੇ ਜੇ ਉਹਨੂੰ 60 ਦਿਨਾਂ 'ਚ ਜੌਬ ਨਹੀਂ ਮਿਲਦੀ ਤੇ ਉਸ ਨੂੰ ਵੀ ਇਹ ਮੁਲਕ ਛੱਡਣਾ ਪਊਗਾ ਤੇ ਉਸ ਦੇ ਬੱਚੇ ਨੂੰ ਵੀ ਜੋ ਇਹ ਮੁਲਕ ਆ ਛੱਡਣਾ ਪਊਗਾ। ਸੋ ਇਹ ਬਹੁਤ ਜ਼ਿਆਦਾ ਹਾਰਡ ਜੋ ਭਾਰਤੀ ਮੂਲ ਦੇ ਜਾਂ ਚਾਈਨੀਜ਼ ਮੂਲ ਦੇ ਲੋਕ ਆ, ਉਹਨਾਂ ਨੂੰ ਇਸ ਨੇ ਹਿੱਟ ਕੀਤਾ ਹੈਗਾ। ਗਲੋਬਲ ਇੰਡੀਅਨ ਟੈਕਨੋਲੋਜੀ ਪ੍ਰੋਫੈਸ਼ਨਲ ਐਸੋਸੀਏਸ਼ਨ ਆ ਇੱਕ, ਗਿਟ ਪ੍ਰੋ, ਤੇ ਇਸੇ ਤਰ੍ਹਾਂ ਇੱਕ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼,
ਉਹਨਾਂ ਨੇ ਵੀ ਇੱਕ ਕਮਿਊਨਿਟੀ ਵਾਈਡ ਐਫਰਟ ਲਾਂਚ ਕੀਤੀ ਆ, ਜਿਹਦੇ ਵਿੱਚ ਜਲਦੀ ਤੋਂ ਜਲਦੀ ਜੋ ਲੋਕ ਲੇ ਆਫ ਹੋਏ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜੋ ਜੌਬਸ ਆ ਉਹ ਲੱਭ ਸਕਣ, ਤੇ ਪਲੱਸ ਉਹ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਜੋ USCIS ਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਵੀ ਜੇ ਇਸ 60 ਦਿਨਾਂ ਨੂੰ ਵਧਾ ਕੇ ਲੰਮਾ ਸਮਾਂ ਕੀਤਾ ਜਾਵੇ, ਘੱਟੋ ਘੱਟ 6 ਮਹੀਨੇ, ਤਾਂ ਕਿ ਇਹ ਲੋਕਾਂ ਨੂੰ ਇੱਥੋਂ ਛੱਡਣਾ ਨਾ ਪਵੇ। ਕਈ ਲੋਕਾਂ ਨੇ ਰੀਸੈਂਟਲੀ ਜੀ, ਘਰ ਲਏ ਆ, ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ। ਉਹ ਕਹਿੰਦੇ ਵੀ ਮੈਂ ਇੱਕ ਇੰਜੀਨੀਅਰ ਦੀ ਗੱਲ ਕਰ ਰਿਹਾ ਵੀ ਮੈਨੂੰ ਹੁਣ ਰੈਂਟ ਤੇ ਦੇਣਾ ਪੈਣਾ ਹੈ ਘਰ, ਤੇ ਇਹ ਵੀ ਨਹੀਂ ਪਤਾ ਵੀ ਮੈਂ ਮੁੜ ਕੇ ਆ ਸਕੂੰਗਾ ਜਾਂ ਨਹੀਂ। ਸੋ ਸਿਚੁਏਸ਼ਨ ਜੋ ਟੈਕ ਇੰਡਸਟਰੀ 'ਚ ਲੋਕ ਇਸ ਟਾਈਮ ਕੰਮ ਕਰਦੇ ਆ, ਉਹਨਾਂ ਦੇ ਲਈ ਬਹੁਤ ਹੀ USA ਦੇ ਵਿੱਚ ਖਤਰਨਾਕ ਬਣੀ ਹੋਈ ਆ। ਜੀ 2 ਲੱਖ ਤੋਂ ਵੱਧ ਜੌਬ ਕੱਟਸ ਆਲਰੇਡੀ ਵੱਖ-ਵੱਖ ਜਿਹੜੇ ਹੋ ਚੁੱਕੀਆਂ ਹੈ ਵੱਖ-ਵੱਖ ਕੰਪਨੀਜ਼ ਦੇ ਵਿੱਚ। ਅੱਜ ਸਪੋਟੀਫਾਈ ਇੱਕ ਔਨਲਾਈਨ ਲਿਸਨਿੰਗ ਪਲੇਟਫਾਰਮ, ਪੋਡਕਾਸਟ ਪਲੇਟਫਾਰਮ ਆ, ਉਹਨਾਂ ਨੇ ਵੀ ਆਪਣੀ 6% ਵਰਕਫੋਰਸ ਆ ਉਸਨੂੰ ਕੱਟ ਜਿਹੜਾ ਉਹ ਕਰ ਦਿੱਤਾ ਆ, ਉਹ ਐਲਾਨ ਕਰ ਦਿੱਤਾ। 9800 ਦੇ ਤਕਰੀਬਨ ਇਹਨਾਂ ਦੇ ਟੋਟਲ ਵਰਕਫੋਰਸ ਆ, ਉਹਦੇ ਵਿੱਚੋਂ 600 ਜਾਣੇ ਤਕਰੀਬਨ ਆ, ਉਹਨਾਂ ਨੂੰ ਹੁਣ ਪਿੰਕ ਸਲਿੱਪ ਜਿਹੜੀ ਉਹ ਦਿੱਤੀ ਜਾਵੇਗੀ। ਇਹਨਾਂ ਦੇ ਜਿਹੜੇ CEO ਇਹ ਸਵੀਡਨ ਦੀ ਹੈ ਕੰਪਨੀ ਸਪੋਟੀਫਾਈ, ਡੈਨੀਅਲ ਐਕ, ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਹੈਗਾ ਆ। ਸਭ ਤੋਂ ਵੱਧ ਉੱਦਾਂ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ US ਬੇਸਡ ਨੇ EMPLOYE 5400 EMPLOYE ਇਹਨਾਂ ਦੇ US ਆ, ਤੇ 1900 ਜਿਹੜੇ ਆ ਉਹ ਸਵੀਡਨ ਦੇ ਵਿੱਚ ਆ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਯੂਜੂਅਲੀ ਜਦੋਂ ਲੇਆਫ ਕਰਦੀ ਹੈ ਤੇ ਕੰਪਨੀ 'ਚ ਭਰੋਸਾ ਘਟਦਾ ਹੈ, ਪਰ ਇਨਵੈਸਟਰ ਸੋਚਦੇ ਆ ਵੀ ਇਹਨਾਂ ਦਾ ਰਾਈਟ ਸਟੈਪ ਆ। ਇਹਨਾਂ ਦੇ ਅੱਜ ਸ਼ੇਅਰ 3% ਜਿਹੜੇ ਆ ਇਹ ਖਬਰ ਤੋਂ ਬਾਅਦ 'ਚ ਵੱਧ ਗਏ। ਜੀ, ਕਹਿੰਦੇ ਵੀ ਟੈਕ ਇੰਡਸਟਰੀ 'ਚ ਲੇ ਆਫ ਕਾਹਤੇ ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਇਹਦੇ ਜੋ ਕਾਰਨ ਆ, ਇੱਕ ਨਿਊਜ਼ਪੇਪਰ ਆ ਬੜਾ ਪ੍ਰੋਮੀਨੈਂਟ ਸਿਲੀਕਨ ਵੈਲੀ ਦਾ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਪਿਛਲੇ 2-3 ਸਾਲਾਂ ਦੇ ਦੌਰਾਨ ਕਰੋਨਾ ਵਾਇਰਸ ਕਰਕੇ ਸਾਰਾ ਕੁਝ ਚੇਂਜ ਹੋ ਗਿਆ ਸੀ। ਰਿਮੋਟ ਵਰਕ, ਘਰਾਂ ਤੋਂ ਲੋਕ ਕੰਮ ਕਰਦੇ ਸੀ। ਜੋ ਲੋਕ ਆ ਉਹ ਗਰੋਸਰੀਜ਼, ਹੋਰ ਬਹੁਤ ਸਾਰੀਆਂ ਚੀਜ਼ਾਂ ਔਨਲਾਈਨ ਬਾਈ ਕਰਦੇ ਸੀ। ਸੋ ਬਹੁਤੀਆਂ ਜੋ ਟੈਕ ਕੰਪਨੀ ਸੀਗੀਆਂ, ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ EMPLOYEES ਨੂੰ ਹਾਇਰ ਕਰਨਾ ਸ਼ੁਰੂ ਕੀਤਾ, ਕਿਉਂਕਿ ਸਾਰਾ ਕੁਛ ਕੰਜ਼ਿਊਮਰ ਦਾ ਜੋ ਬਾਇੰਗ ਬਿਹੇਵੀਅਰ ਆ ਉਹ ਚੇਂਜ ਹੋ ਗਿਆ ਸੀ। ਮਾਰਗਰੇਟ ਓਮਾਰਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਪ੍ਰੋਫੈਸਰ ਆ, ਉਹਨਾਂ ਨੇ ਇਹ ਦੱਸਿਆ ਸਰਵੇ ਦੇ ਵਿੱਚ। ਤੇ ਦੂਸਰਾ ਕੀ ਹੋਇਆ ਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਤੇ ਫੈਡ ਨੇ ਇੰਟਰਸਟ ਰੇਟ ਬਹੁਤ ਵਧਾ ਦਿੱਤੇ, ਜਿਹਦੇ ਕਰਕੇ ਇਕੋਨਮੀ ਜੋ ਆ ਉਹ ਥੋੜੀ ਨਰਮ ਹੋ ਗਈ, ਸੌਫਟਨ ਹੋ ਗਈ। ਸੋ ਗਰੋਥ ਜਿਹੜੀ ਆ ਵਧਣੀ ਉਹ ਘਟ ਗਈ ਹੈਗੀ ਆ। ਸੋ ਹੁਣ ਜਿੱਦਾਂ ਜਿੱਦਾਂ ਸਿਚੁਏਸ਼ਨ ਬਣ ਰਹੀ ਆ, ਲੋਕ ਪ੍ਰੀ ਪੈਂਡੇਮਿਕ ਲੈਵਲ ਦੀਆਂ ਹੈਬਿਟਸ ਦੇ ਉੱਤੇ ਚੱਲ ਗਏ ਆ ਵੀ ਖਰਚਾ ਘੱਟ ਕਰੋ। ਤੇ ਉਹਦੇ ਨਾਲ ਹੁਣ ਜੋ ਇੰਡਸਟਰੀ ਸੀ ਜਿਨ੍ਹਾਂ ਨੇ ਅਗਰੈਸਿਵਲੀ ਹਾਇਰ ਕੀਤੇ ਸੀ 2-3 ਸਾਲਾਂ 'ਚ ਲੋਕ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ ਆ। ਤੇ 2 ਸਾਲਾਂ 'ਚ ਵਾਰ ਔਨ ਟੈਲੈਂਟ ਵੀ ਜੀ, ਜਿਹੜੇ ਵੀ ਇੰਟੈਲੀਜੈਂਟ ਲੋਕ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਹਾਇਰ ਕੀਤਾ ਜਾਵੇ, ਬੜੀ ਚੱਲ ਰਹੀ ਸੀ ਕੰਪਨੀਆਂ ਦੇ ਵਿੱਚ। ਹੁਣ ਇਹ ਸਾਰਾ ਕੁਛ ਘਟ ਗਿਆ। layoff.fyi ਇਹ ਇੱਕ ਵੈਬਸਾਈਟ ਆ ਜੋ ਟਰੈਕ ਕਰ ਰਿਹਾ ਪਿਛਲੇ 2 ਸਾਲਾਂ ਤੋਂ। ਕਹਿੰਦੇ ਉਹਨਾਂ ਨੇ ਜੀ, ਇਹ ਦੱਸਿਆ ਵੀ 1000 ਤੋਂ ਵੱਧ ਟੈਕ ਕੰਪਨੀਆਂ ਨੇ 1.5 ਲੱਖ ਤੋਂ ਲੈ ਕੇ 2 ਲੱਖ ਤੱਕ ਵਰਕਰਸ ਆਲਰੇਡੀ ਲੇ-ਆਫ ਕਰ ਦਿੱਤੇ ਆ 2022 ਤੋਂ ਲੈ ਕੇ ਹੁਣ ਤੱਕ, ਜਿਨ੍ਹਾਂ ਦੇ ਵਿੱਚ ਸਾਰੇ ਹੀ ਮੇਜਰ ਕੰਪਨੀਆਂ ਜਿਸ ਤਰ੍ਹਾਂ ਗੂਗਲ, ਮੈਟਾ, ਟਵਿੱਟਰ, ਇਹ ਸਾਰੀਆਂ ਕੰਪਨੀਆਂ ਹੈਗੀਆਂ ਆ। ਸੋ ਸਿਚੁਏਸ਼ਨ ਕਹਿੰਦੇ ਸੰਨ 2000 ਵਾਲੀ ਬਣਦੀ ਜਾਂਦੀ ਆ। ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਇਹ ਵੀ ਕਹਿੰਦੇ ਇੱਦਾਂ ਹੀ ਚੱਲਦਾ ਰਹੂਗਾ। ਲੇ-ਆਫ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ, ਕੰਪਨੀਆਂ ਆਪਣੇ ਆਪ ਨੂੰ ਰੀਸਟਰਕਚਰ ਕਰਦੀਆਂ ਰਹਿਣਗੀਆਂ। ਤੇ ਕਿਉਂਕਿ ਇਨਵੈਸਟਰ ਜੋ ਆ ਉਹ ਕੰਪਨੀਆਂ 'ਚ ਪ੍ਰੋਫਿਟ ਲੱਭਦੇ ਹੈਗੇ ਆ, ਉਹਨਾਂ ਨੂੰ ਕਿਸੇ ਦੇ ਲੇ-ਆਫ ਨਾਲ ਜਾਂ ਕੋਈ ਇੱਦਾਂ ਦਾ ਲੈਣਾ ਦੇਣਾ ਹੈ ਨਹੀਂ। ਸੋ ਸਹੀ। ਟੈਕ ਕੰਪਨੀਆਂ ਦਾ ਜੋ ਫਿਊਚਰ ਆ ਆਉਣ ਵਾਲੇ ਕੁਝ ਸਮੇਂ ਤੱਕ, ਜਿਹੜੇ ਲੋਕ ਉਹਨਾਂ 'ਚ ਕੰਮ ਕਰਨਾ ਚਾਹੁੰਦੇ ਆ, ਉਹ ਕਾਫੀ ਜਿਹੜਾ ਔਖਾ ਰਹੂਗਾ। ਹੂੰ। ਉਧਰ ਜਿਹੜੇ ਫੈਡ ਦੇ ਗਵਰਨਰ ਕ੍ਰਿਸਟੋਫਰ ਵਾਲਰ, ਉਹਨਾਂ ਨੇ ਬੀਤੇ ਫਰਾਈਡੇ ਇੱਕ ਐਲਾਨ ਜਿਹੜਾ ਹਰਜੋਤ ਸਿੰਘ ਜੀ ਕੀਤਾ ਸੀ, ਗੱਲਬਾਤ ਜਿਹੜੀ ਕੀਤੀ ਸੀ, ਜਿਸ ਦੇ ਨਾਲ ਅੱਜ ਜਦ ਹੁਣ ਵੀਕਐਂਡ ਤੋਂ ਬਾਅਦ ਦੇ ਵਿੱਚ ਅੱਜ ਹਫਤੇ ਦੀ ਸ਼ੁਰੂਆਤ ਤੇ ਸਟਾਕ ਮਾਰਕੀਟ ਖੁੱਲੀ ਆ, ਤਾਂ ਉਸ ਦੇ ਵਿੱਚ ਚਾਅ ਜਿਹਾ ਚੜ੍ਹਿਆ ਆ। ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਮੇ ਬੀ ਜਿਹੜੇ ਫੈਡ ਰਿਜ਼ਰਵ ਆ ਰੇਟ ਹਾਈਕ ਕਰਨ ਨੂੰ ਜਿਹੜਾ ਆ ਕੁਛ ਚਿਰ ਲਈ ਉਸ ਉੱਤੇ ਵਿਰਾਮ ਵੀ ਜਿਹੜਾ ਉਹ ਲਾ ਸਕਦੇ ਨੇ। ਹੁਣ ਜਨਵਰੀ ਦੇ ਵਿੱਚ ਕੀ ਰੇਟ ਹਾਈਕ ਹੋਣਾ ਹੈ, ਜਨਵਰੀ ਐਂਡ ਫੈਬ ਦੇ
2 ਦਿਨ ਜਿਹੜੀ ਉਹ ਚੱਲਣੀ ਹੈ 31 ਤੇ 1 ਤਰੀਕ ਨੂੰ। ਸੋ ਉਹਦੇ ਵਿੱਚ ਹੁਣ ਕਿਆਸ ਰਹੀਆਂ ਪਹਿਲਾਂ 0.25% ਦੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ, ਪਰ ਕ੍ਰਿਸਟੋਫਰ ਵਾਲਰ ਦੇ ਇਸ ਬਿਆਨ ਤੋਂ ਬਾਅਦ ਦੇ ਵਿੱਚ ਲੋਕ ਸੋਚ ਰਹੇ ਆ ਵੀ ਸ਼ਾਇਦ ਸਪਰਿੰਗ ਦੇ ਵਿੱਚ ਰੇਟ ਇਨਕਰੀਜ਼ ਦੇ ਉੱਤੇ ਰੋਕ ਵੀ ਜਿਹੜੀ ਉਹ ਲਗਾਈ ਜਾ ਸਕਦੀ ਆ। ਉਧਰ ਚਾਈਨਾ ਦੇ ਖੁੱਲਣ ਦੇ ਕਰਕੇ ਉਹਨੇ ਕਿਹਾ ਵੀ ਅਸੀਂ ਹੁਣ ਓਪਨ ਆ। ਸੈਮੀਕੰਡਕਟਰ ਦੇ ਟੈਸਲਾ, ਐਪਲ ਜਿਨ੍ਹਾਂ ਦੇ ਕਾਫੀ ਕਾਰੋਬਾਰ ਜਾਂ ਪ੍ਰੋਡਕਸ਼ਨ ਸਾਰੀ ਉੱਧਰ ਹੋ ਰਹੀ ਸੀ, ਉਹਨਾਂ ਦੇ ਵਿੱਚ ਇਨਵੈਸਟਰਸ ਦਾ ਭਰੋਸਾ ਇੱਕ ਵਾਰੀ ਫੇਰ ਵਧਣਾ ਸ਼ੁਰੂ ਹੋਇਆ ਆ। ਉਹ ਸਟਾਕਸ ਇਸ ਟਾਈਮ ਗੁੱਡ ਜਿਹੜਾ ਉਹ ਰਨ ਕਰਨੇ ਸ਼ੁਰੂ ਕਰ ਰਹੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਜਿਹੜਾ ਉਹ ਬਣਦਾ ਹੈ। ਮਾਰਕੀਟਸ ਇਹੀ ਪ੍ਰੈਡਿਕਟ ਕਰ ਰਹੀਆਂ ਆ ਵੀ 99.7% ਚਾਂਸ ਨੇ ਵੀ 25 ਬੇਸਿਸ ਪੁਆਇੰਟ ਹਾਈਕ ਜਿਹੜੀ ਆ ਉਹ ਹੋਊਗੀ, ਪਰ ਸਪਰਿੰਗ ਦੇ ਵਿੱਚ ਇਹ ਹਾਈਕਸ ਰੁਕ ਸਕਦੀਆਂ ਆ। ਇਸ ਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਚਾਅ ਜਿਹੜਾ ਆ ਉਹ ਚੜਿਆ। ਜੀ, ਇਨਫਲੇਸ਼ਨ ਦੀ ਗੱਲ ਕਰਦੇ ਜਾਈਏ, ਈਵਨ ਦੋ ਇਨਫਲੇਸ਼ਨ ਅਮਰੀਕਾ ਦੇ ਵਿੱਚ ਥੋੜੀ ਕੂਲ ਹੁੰਦੀ ਜਾ ਰਹੀ ਆ, ਆਉਣ ਵਾਲੇ ਸਮੇਂ 'ਚ ਲੱਗਦਾ ਆ ਵੀ ਹੋਰ ਵੀ ਹੋ ਸਕਦੀ ਆ। ਪਰ ਬਹੁਤ ਸਾਰੇ ਜੋ ਇਕੋਨੋਮਿਸਟ ਆ, ਨਿਊਜ਼ਪੇਪਰਸ ਇਹ ਕਹਿ ਰਹੇ ਆ ਵੀ ਗੈਸ, ਫੂਡ ਪ੍ਰਾਈਸਿਸ ਘਟ ਰਹੀਆਂ। ਗੈਸ ਤਾਂ ਜ਼ਰੂਰ ਆਪਾਂ ਦੇਖੀ ਆ ਵੀ ਕਾਫੀ ਪ੍ਰਾਈਸਿਸ ਘਟੀ ਆ, ਪਰ ਫੂਡ ਅੱਗੇ ਨਾਲੋਂ ਵੀ ਮਹਿੰਗਾ ਹੁੰਦਾ ਜਾ ਰਿਹਾ। ਇਹ ਮੈਂ ਪਰਸਨਲ ਲੈਵਲ ਤੇ ਦੇਖ ਰਿਹਾ। ਬਾਕੀ ਜੋ ਆਪਣੇ ਸਰੋਤੇ ਆ, ਉਹਨਾਂ ਦਾ ਕੀ ਐਕਸਪੀਰੀਅੰਸ ਆ, ਵੀ ਕੋਈ ਵੀ ਚੀਜ਼ ਤੁਸੀਂ ਫੂਡ ਨਾਲ ਰਿਲੇਟਡ ਬਾਈ ਕਰਦੇ ਆ, ਉਹ ਕਿੰਨੀ ਮਹਿੰਗੀ ਹੋ ਗਈ ਆ। ਫੈਡਰਲ ਰਿਜ਼ਰਵ ਬੋਰਡ ਇਹ ਸੋਚ ਰਿਹਾ ਪਿਛਲੇ ਕਾਫੀ ਲੰਮੇ ਸਮੇਂ ਤੋਂ, ਅਸੀਂ ਜੋ ਇਨਫਲੇਸ਼ਨ ਆ ਉਹਨੂੰ 2% ਤੇ ਲੈ ਕੇ ਆਉਣਾ ਆ। ਕਹਿੰਦੇ ਵੀ ਇਹਨੂੰ ਸਾਲਾਂ ਬੱਧੀ ਵੀ ਲੱਗ ਸਕਦੇ ਹੈਗੇ ਆ। ਕੁਛ ਇਕੋਨੋਮਿਸਟ ਇਹ ਸੋਚਦੇ ਵੀ ਬਹੁਤ ਜਲਦੀ ਇਹ ਡ੍ਰੌਪ ਹੋ ਸਕਦਾ, ਕਿਉਂਕਿ ਇੱਕ ਟਾਈਮ ਦੇ ਉੱਤੇ 9% ਇਨਫਲੇਸ਼ਨ ਹੋ ਗਈ ਸੀ, ਜੋ ਅੱਜ ਘਟ ਕੇ 6.5% ਦੇ ਕਰੀਬ ਰਹਿ ਗਈ ਹੈਗੀ ਆ। ਤੇ ਆਪਾਂ ਦੇਖ ਸਕਦੇ ਹਾਂ ਬਹੁਤ ਸਾਰੀ ਇੰਡਸਟਰੀ ਦੇ ਵਿੱਚ ਸ਼ਰੇਆਮ ਜੋ ਆ ਬਹੁਤ ਸਲੋ ਕੰਮ ਚੱਲ ਪਿਆ, ਜਿਸ ਤਰ੍ਹਾਂ ਰੀਅਲ ਸਟੇਟ, ਮੌਰਗੇਜ ਦਾ ਡੈਡ ਹੀ ਆ। ਸੋ ਇਦਾਂ ਦੇ ਜਿਹੜੇ ਕਈ ਬਿਜ਼ਨੈਸਿਸ ਆ, ਉਹ ਆਪਾਂ ਦੇਖਿਆ ਵੀ ਕਿੰਨਾ ਜ਼ਿਆਦਾ ਸਲੋ ਹੋ ਗਿਆ ਆ। ਸੋ ਫੈਡਰਲ ਰਿਜ਼ਰਵ ਬੋਰਡ ਕੀ ਕਰਦਾ ਆ, ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਉਹਨਾਂ ਨੇ 31 ਜਾਂ ਜਨਵਰੀ ਜਾਂ 1 ਫਰਵਰੀ ਨੂੰ ਮੀਟਿੰਗ ਕਰਨੀ ਆ। 0.25% ਵਧਾਉਂਦਾ ਜਾਂ ਨਹੀਂ ਵਧਾਉਂਦਾ ਹੈਗਾ, ਪਰ ਜਿਸ ਹਿਸਾਬ ਨਾਲ ਸਪੈਕੂਲੇਸ਼ਨ ਲਾਈਆਂ ਜਾ ਰਹੀਆਂ, ਉਸ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਆ, 250 ਪੁਆਇੰਟ ਤੋਂ ਉੱਪਰ ਚਲੀ ਗਈ ਆ, ਪਰ ਇਹਦਾ ਪਤਾ ਨਹੀਂ ਲੱਗਦਾ, ਇੱਕ ਦਿਨ ਉੱਪਰ ਜਾਂਦੀ ਤੇ ਦੂਜੇ ਦਿਨ ਕਾਫੀ ਥੱਲੇ ਚਲੇ ਜਾਂਦੀ ਆ। ਪਿਛਲਾ ਹਫਤਾ ਸਟਾਕ ਮਾਰਕੀਟ ਦੇ ਵਿੱਚ ਕਾਫੀ ਝਟਕਾ ਲੱਗਾ ਆ। ਕੋਸਕੋ ਵਰਗੇ ਕਈ ਜਿਹੜੇ ਰੀਟੇਲਰਸ ਆ, ਉਹਨਾਂ ਦੀਆਂ ਕਹਿੰਦੇ ਅਰਨਿੰਗਸ ਆਉਣੀਆਂ ਆ, ਹੋ ਸਕਦਾ ਕਾਫੀ ਜ਼ਿਆਦਾ ਆ ਜਾਣ, ਕਿਉਂਕਿ ਗੈਸ ਦੀਆਂ ਪ੍ਰਾਈਸਿਸ ਘਟ ਗਈਆਂ ਆ। ਸੋ ਜੇ ਉਹ ਗੁੱਡ ਆਉਂਦੀਆਂ ਤੇ ਉਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਵੀ ਕਾਫੀ ਅਸਰ ਪਊਗਾ। ਕੋਸਕੋ ਦਾ ਆਲਰੇਡੀ ਸਟਾਕ ਅੱਜ 2.58% ਉੱਪਰ ਗਿਆ ਹੈਗਾ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ ਕੱਲ੍ਹ ਕੁਛ ਫੁੱਟਬਾਲ ਦੀਆਂ ਗੇਮਸ ਹੋਈਆਂ, ਉਸ ਦੇ ਬਾਰੇ ਵੀ ਜਿਹੜੀ ਉਹ ਜਾਣਕਾਰੀ ਦਿੰਦੇ ਜਾਈਏ ਵੀ ਕੌਣ-ਕੌਣ ਅੱਗੇ ਜਿਹੜਾ ਉਹ ਪਹੁੰਚ ਰਿਹਾ ਹੈ, ਕਿਉਂਕਿ ਹੁਣ ਡਿਵੀਜ਼ਨਲ ਫਾਈਨਲਸ ਤੱਕ ਗੱਲ ਜਿਹੜੀ ਉਹ ਪਹੁੰਚ ਚੁੱਕੀ ਆ। ਬੀਤੇ ਵੀਕਐਂਡ ਦੇ ਉੱਤੇ 4 ਗੇਮਾਂ ਜਿਹੜੀਆਂ ਹੋਈਆਂ। ਸੈਟਰਡੇ ਨੂੰ ਜੈਗੁਆਰਸ ਤੇ ਚੀਫਸ ਦਾ ਜਿਹੜਾ ਉਹ ਮੁਕਾਬਲਾ ਹੋਇਆ ਸੀ, ਜਿਸ ਦੇ ਵਿੱਚ ਚੀਫਸ ਨੇ ਜੈਗੁਆਰਸ ਨੂੰ 20 ਦੇ ਮੁਕਾਬਲੇ 27 ਪੁਆਇੰਟਾਂ ਦੇ ਨਾਲ ਜਿਹੜਾ ਉਹ ਹਰਾ ਕੇ ਜਿੱਤ ਪ੍ਰਾਪਤ ਕੀਤੀ ਆ, ਤੇ ਉਹ ਆਪਣੇ ਜਿਹੜੇ ਅੱਗੇ ਪਹੁੰਚ ਗਏ ਆ ਕਾਨਫਰੰਸ ਦੀ ਜਿਹੜੀ ਹੈ ਚੈਂਪੀਅਨਸ਼ਿਪ ਦੇ ਵਿੱਚ। ਇਸੇ ਤਰੀਕੇ ਦੇ ਨਾਲ ਫਿਲਾਡੈਲਫੀਆ ਈਗਲਸ ਤੇ ਜਾਇੰਟਸ ਦਾ ਮੁਕਾਬਲਾ ਸੈਟਰਡੇ ਨੂੰ ਹੋਇਆ। ਇੱਕ ਤਰਫਾ ਮੈਚ ਦੇ ਵਿੱਚ ਈਗਲਸ ਨੇ ਜਾਇੰਟਸ ਨੂੰ 7 ਦੇ ਮੁਕਾਬਲੇ 38 ਪੁਆਇੰਟਾਂ ਦੇ ਨਾਲ ਸ਼ਿਕਸਤ ਜਿਹੜੀ ਉਹ ਦਿੱਤੀ ਆ। ਉਹ ਵੀ ਜਿਹੜੇ ਡਿਵੀਜ਼ਨਲ ਫਾਈਨਲ ਤੇ ਪਹੁੰਚੇ ਆ। ਤੇ ਬੈਂਗਲਸ ਤੇ ਬਿਲਸ ਜਿਹੜੀ ਟੀਮ ਆ, ਸਿਨਸਿਨਾਟੀ ਬੈਂਗਲਸ ਤੇ ਬਫਲੋ ਬਿਲਸ, ਇਹਨਾਂ ਦਾ ਜਿਹੜਾ ਮੁਕਾਬਲਾ ਹੋਇਆ, ਇਹ ਮੈਚ ਇੱਕ ਹਿਸਾਬ ਦੇ ਨਾਲ ਰੀਮੈਚ ਸੀ, ਜਿਹੜਾ ਹਰਜੋਤ ਸਿੰਘ ਜੀ ਜਿਹੜਾ ਹੈਮਲਨ ਸੀਗਾ ਜਿਸ ਨੂੰ ਹਾਰਟ ਅਟੈਕ ਆਇਆ ਸੀ, ਇਹ ਕੁਛ ਵੀਕ ਪਹਿਲਾਂ ਉਹ ਮੁਕਾਬਲੇ ਦੇ ਵਿੱਚ ਉਸਨੂੰ ਹਾਰਟ ਅਟੈਕ ਆਇਆ ਸੀ, ਉਹ ਗੇਮ ਜਿਹੜੀ ਉਹ ਹੋਈ ਨਹੀਂ ਸੀ। ਉਸ ਤੋਂ ਬਾਅਦ ਦੇ ਵਿੱਚ NFL ਨੇ ਇਸ ਨੂੰ ਨੋ ਕੰਟੈਸਟ ਜਿਹੜਾ ਉਹ ਕੀਤਾ। ਕਹਿੰਦੇ ਵੀ ਜੇ ਅਗਲੀ ਵਾਰੀ ਇਹਨਾਂ ਦਾ ਮੈਚ ਹੁੰਦਾ ਤੇ ਕਿਸੇ ਨਿਊਟਰਲ ਜਿਹੜੀ ਥਾਂ ਦੇ ਉੱਤੇ ਹੋਊਗਾ, ਪਰ ਇਵੈਂਚੁਅਲੀ ਜਿਹੜਾ ਇਹ ਨਿਊਯਾਰਕ ਦੇ ਵਿੱਚ ਸੌਰੀ ਬਫਲੋ ਦੇ ਵਿੱਚ ਇਹ ਗੇਮ ਜਿਹੜੀ ਉਹ ਖੇਡੀ ਗਈ, ਜਿੱਥੇ ਸਿਨਸਿਨਾਟੀ ਬੈਂਗਲਸ ਨੇ ਬਿਲਸ ਨੂੰ ਹਰਾ ਤਾਂ ਦਿੱਤਾ 10 ਦੇ ਮੁਕਾਬਲੇ 27 ਪੁਆਇੰਟਾਂ ਦੇ ਨਾਲ। ਪਰ ਇਹ ਹੁਣ ਇੱਕ ਨਵਾਂ ਜਿਹੜਾ ਉਹ ਰੌਲਾ ਰੱਪਾ ਪਿਆ ਆ। ਹੁਣ ਬੈਂਗਲਸ ਦੇ ਜਿਹੜੇ ਕੁਆਟਰਬੈਕ ਸੀਗੇ ਜਿਮ ਬਾਰੋ, ਉਹਨਾਂ ਨੇ ਇਸ ਦੇ ਉੱਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਭਾਈ ਉਹਨਾਂ ਲੋਕਾਂ ਦੇ ਵੀ ਹੁਣ ਪੈਸੇ ਵਾਪਸ ਕਰਿਓ, ਡਾਲਰ ਵਾਪਸ ਕਰਿਓ, ਜਿਨ੍ਹਾਂ ਨੇ ਟਿਕਟਾਂ ਜਿਹੜੀਆਂ ਨਿਊਟਰਲ ਇਵੈਂਟ ਦੀ ਵੈਨਿਊ ਦੀਆਂ ਜਿਹੜੀਆਂ ਉਹ ਖਰੀਦ ਰੱਖੀਆਂ ਸੀ। ਉਧਰ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੀ ਟੀਮ 49ers ਨੇ ਕੱਲ੍ਹ ਡੈਲਸ
ਜਿਹੜੇ ਕਾਊਬॉयਜ਼ ਆ ਉਹਨਾਂ ਨੂੰ ਜਿਹੜਾ ਉਹ ਹਰਾ ਦਿੱਤਾ 12 ਦੇ ਮੁਕਾਬਲੇ 19 ਪੁਆਇੰਟਾਂ ਦੇ ਨਾਲ। ਜਿਹੜੀ 49ers ਸੈਨ ਫਰਾਂਸਿਸਕੋ 49ers ਨੇ ਜਿੱਤ ਪ੍ਰਾਪਤ ਕੀਤੀ ਤੇ ਇਹ ਵੀ ਅੱਗੇ ਜਿਹੜੇ ਆ ਆਪਣੇ ਡਿਵੀਜ਼ਨਲ ਫਾਈਨਲਸ ਦੇ ਵਿੱਚ ਪਹੁੰਚ ਚੁੱਕੇ ਆ। ਹੁਣ ਆਉਂਦੇ ਐਤਵਾਰ ਨੂੰ 2 ਗੇਮਾਂ ਹੋਣਗੀਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸੁਪਰ ਬਾਲ ਜਿਹੜਾ 12 ਫਰਵਰੀ ਨੂੰ ਖੇਡਿਆ ਜਾਊਗਾ। 49ers ਜਿਹੜੇ ਫਿਲਡੈਲਫੀਆ ਈਗਲਸ ਦੇ ਨਾਲ 29 ਜਨਵਰੀ ਨੂੰ ਦੁਪਹਿਰ 12 ਵਜੇ ਆਉਂਦੇ ਐਤਵਾਰ ਨੂੰ ਜਿਹੜੀ ਇਹਨਾਂ ਦੀ ਭਿੜਤ ਹੋਣੀ ਆ। ਤੇ ਫਿਰ ਸਿਨਸਿਨਾਟੀ ਬੈਂਗਲਸ ਤੇ ਕੈਂਸਸ ਚੀਫਸ ਉਹ ਜਿਹੜੇ ਐਤਵਾਰ ਨੂੰ 29 ਤਰੀਕ ਨੂੰ 3:30 ਵਜੇ ਜਿਹੜਾ ਆ ਉਹ ਮੁਕਾਬਲਾ ਜਿਹੜਾ ਉਹ ਖੇਡਿਆ ਜਾਣਾ ਆ। ਸੋ ਉਹਨਾਂ ਦੋਨਾਂ ਜਿਹੜੇ ਆ ਡਿਵੀਜ਼ਨਸ ਦੇ ਜਿਹੜੇ ਚੈਂਪੀਅਨਸ ਆ ਉਹ ਫਿਰ ਆਪਣੇ ਸੁਪਰ ਬਾਲ ਦੇ ਵਿੱਚ 12 ਫਰਵਰੀ ਨੂੰ ਜਿਹੜਾ ਉਹ ਖੇਲਣਗੇ। ਸੋ ਇਹ NFL ਦਾ ਜਿਹੜਾ ਇਹ ਸੀਜ਼ਨ ਆ ਤਕਰੀਬਨ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। 3 ਹੋਰ ਗੇਮਾਂ ਜਿਹੜੀਆਂ ਉਹ ਰਹਿ ਗਈਆਂ ਤੇ ਫਿਰ ਸੁਪਰ ਬਾਲ ਚੈਂਪੀਅਨ ਜਿਹੜਾ ਆ ਉਹ ਬਣੇ ਜੀ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ ਸਰੋਤਿਆਂ ਤੋਂ ਤੇ ਅੱਜ ਦੇ ਪ੍ਰੋਗਰਾਮਾਂ ਬਾਰੇ ਵੀ ਦੱਸਦੇ ਜਾਓ। ਬਿਲਕੁਲ ਹਰਜੋਤ ਸਿੰਘ ਜੀ, ਇਜਾਜ਼ਤ ਲੈਣ ਤੋਂ ਪਹਿਲਾਂ ਇਸ ਟਾਈਮ ਦੁਨੀਆ ਦੇ ਵਿੱਚ ਜਿਹੜੀ ਚੈਟ GPT ਆ ਉਸ ਨੇ ਹੋ ਹੱਲਾ ਮਚਾਇਆ ਆ। ਬਹੁਤ ਇਸ ਟਾਈਮ ਚਰਚਾਵਾਂ ਦੇ ਵਿੱਚ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟ GPI ਇੱਕ ਓਪਨ ਸੋਰਸ ਪਲੇਟਫਾਰਮ ਆ ਜਿਸ ਨੂੰ ਤੁਸੀਂ ਕਈ ਤਰੀਕੇ ਦੀਆਂ ਚੀਜ਼ਾਂ ਦੇ ਲਈ ਜਿਹੜੇ ਉਹ ਵਰਤ ਰਹੇ ਆ। ਬਹੁਤ ਸਾਰੇ ਲੋਕ ਇਸ ਨੂੰ ਇਸ ਵਜੋਂ ਵੀ ਜਿਹੜਾ ਉਹ ਦੇਖ ਰਹੇ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਈ ਲੋਕਾਂ ਦੀਆਂ ਜੌਬਸ ਵੀ ਜਿਹੜੀਆਂ ਉਹ ਖੋਹ ਲੈਣੀਆਂ ਆ। ਅੱਜ ਮਾਈਕਰੋਸਾਫਟ ਜਿਸ ਨੇ ਪਹਿਲਾਂ ਵੀ 2019 ਤੇ 2021 ਦੇ ਵਿੱਚ ਇਸ ਓਪਨ AI ਦੇ ਜਿਹੜੇ ਚੈਟ GPT ਆ ਉਸ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ। ਅੱਜ ਉਹਨਾਂ ਨੇ ਐਲਾਨ ਕੀਤਾ ਆ ਵੀ ਉਹ ਮਲਟੀ ਬਿਲੀਅਨ ਡਾਲਰ $10 ਬਿਲੀਅਨ ਤੱਕ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਆ। ਕਹਿੰਦੇ ਵੀ ਕਈ ਸਾਲਾਂ ਤੱਕ ਇਹ ਜਿਹੜੇ ਇਨਵੈਸਟਮੈਂਟ ਚੱਲਦੀ ਰਹੂਗੀ। ਮਾਈਕਰੋਸਾਫਟ ਦੇ ਜਿਹੜੇ CEO ਆ ਸਤਿਆ ਨਡੇਲਾ ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜੀ ਉਹ ਗੱਲ ਦੱਸੀ ਹੈਗੀ ਆ। ਓਪਨ AI ਇਹ ਜਿਹੜੇ ਮਾਈਕਰੋਸਾਫਟ ਦੀ ਹੀ ਜਿਹੜੀ ਕਲਾਊਡ ਸਰਵਿਸ ਅਜ਼ੂਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਆ। ਮਾਈਕਰੋਸਾਫਟ ਨੇ ਆਲਰੇਡੀ $1 ਬਿਲੀਅਨ ਇਸ ਦੇ ਵਿੱਚ ਇਨਵੈਸਟ ਕੀਤਾ ਸੀ ਤੇ ਹੁਣ ਮਲਟੀ ਬਿਲੀਅਨ ਡਾਲਰ ਜਿਹੜੀ ਆ ਉਸ ਦੇ ਵਿੱਚ ਇਨਵੈਸਟਮੈਂਟ ਹੋਊਗੀ। ਚੈਟ GPT ਆਟੋਮੈਟਿਕਲੀ ਟੈਕਸਟ ਜਨਰੇਟ ਕਰਦੀ ਆ। ਤੁਸੀਂ ਕਿਸੇ ਵੀ ਤਰੀਕੇ ਦਾ ਉਸਨੂੰ ਸਵਾਲ ਜਿਹੜਾ ਉਹ ਪੁੱਛੋ ਤਾਂ ਉਹ ਉਸ ਦਾ ਤੁਹਾਨੂੰ ਉੱਤਰ ਜਿਹੜਾ ਉਹ ਦਊਗੀ। ਕਈ ਲੋਕ ਇਸ ਨੂੰ ਲਾਈਕ ਕਰਦੇ ਆ, ਕਈ ਲੋਕ ਇਸ ਨੂੰ ਜਿਹੜਾ ਉਹ ਨਹੀਂ ਲਾਈਕ ਕਰ ਰਹੇ। ਸਕੂਲ ਕਾਲਜਸ ਨੂੰ ਲੈ ਕੇ ਜਿਹੜੇ ਹੁਣ ਵਿਦਿਆਰਥੀ ਆ ਜਿਹੜੇ ਚੈਟ GPT ਨੂੰ ਐਸੇ ਜਿਹੜੇ ਉਹ ਲਿਖਵਾ ਰਹੇ ਆ ਤੇ ਉਧਰ ਇੱਕ ਮੁੰਡੇ ਨੇ ਹੁਣ ਇੱਕ ਐਪ ਬਣਾਉਣੀ ਸ਼ੁਰੂ ਕੀਤੀ ਆ ਜਿਹੜੀ ਇਹ ਦੱਸੂਗੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਇਹ ਬੰਦੇ ਨੇ ਆਪ ਲਿਖਿਆ ਆ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲੈ ਕੇ ਐਸੇ ਜਿਹੜੇ ਲਿਖ ਕੇ ਸਬਮਿਟ ਕਰਵਾਏ ਆ। ਸੋ ਹੁਣ ਇਹ ਵੀ ਇੱਕ ਨਵੇਂ ਤਰੀਕੇ ਦਾ ਰੌਲਾ ਜਿਹੜਾ ਉਹ ਇਸ ਟਾਈਮ ਚੱਲ ਚੁੱਕਾ ਹੈਗਾ ਆ। ਇਹ ਦੇਖਦੇ ਆ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਪਰ ਮਲਟੀ ਬਿਲੀਅਨ ਡਾਲਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਨਵੈਸਟਮੈਂਟ ਹੋ ਰਹੀ ਆ। ਇਹਨਾਂ ਨੇ ਓਪਨ ਰੱਖਿਆ, ਫ੍ਰੀ ਰੱਖਿਆ ਆ। ਲੋਕ ਆਪਣੀ ਇਨਪੁਟ ਉਸ ਦੇ ਵਿੱਚ ਦੇ ਰਹੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਸਨੇ ਆਟੋਮੈਟਿਕਲੀ ਆਪਣੇ ਆਪ ਨੂੰ ਉਸ ਦੇ ਨਾਲ ਹੋਰ ਹੁਸ਼ਿਆਰ ਇੰਟੈਲੀਜੈਂਟ ਜਿਹੜਾ ਆ ਉਹ ਕਰਨਾ ਆ। ਇੱਕ ਇਸ ਚੀਜ਼ ਦੇ ਵਿੱਚ ਜਿਹੜੀ ਚੀਜ਼ ਦੇਖੀ ਜਾ ਰਹੀ ਆ ਵੀ ਉਹਦੇ ਕੋਲ ਇਨਫੋਰਮੇਸ਼ਨ ਕਿੱਦਾਂ ਦੀ ਜਿਹੜੀ ਉਹ ਆ ਰਹੀ ਆ। ਜਦੋਂ ਸਿੱਖਾਂ ਬਾਰੇ ਵੀ ਇਸ ਦੇ ਵਿੱਚ ਕਹਿੰਦੇ ਵੀ ਪੁੱਛਿਆ ਗਿਆ, ਬਹੁਤ ਸਾਰੀ ਰਲਗੱਡ ਜਿਹੜਾ ਇਸ ਦੇ ਵਿੱਚ ਹਿਸਟਰੀ ਤੇ ਉਹਨਾਂ ਬਾਰੇ ਇਨਫੋਰਮੇਸ਼ਨ ਆ। ਸੋ ਜਿਹੜੇ ਸਿੱਖ ਟੈਕਨੋਲੋਜੀ ਦੇ ਵਿੱਚ ਜੁੜੇ ਹੋਏ ਆ ਜਿਨ੍ਹਾਂ ਨੂੰ ਇਹ ਪਤਾ ਆ ਉਹਨਾਂ ਨੂੰ ਵੀ ਹੁਣ ਇਸ ਦੇ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਭਾਈ ਇਸ ਨੂੰ ਸਹੀ ਇਨਫੋਰਮੇਸ਼ਨ ਕਿੱਦਾਂ ਆਵੇ। ਜੇ ਕੱਲ ਨੂੰ ਕੋਈ ਸਰਚ ਕਰਦਾ ਹੈ ਜਾਂ ਪੁੱਛਦਾ ਆ ਵੀ ਇਹਦੇ ਵਿੱਚ ਕਿੱਦਾਂ ਉਹ ਸਹੀ ਇਨਫੋਰਮੇਸ਼ਨ ਜਾਵੇ, ਉਸ ਦੇ ਵੱਲ ਨੂੰ ਜਿਹੜੇ ਕਦਮ ਆ ਉਹ ਹੁਣ ਚੁੱਕਣੇ ਜਿਹੜੇ ਉਹ ਪੈਣਗੇ। ਆਉਣ ਵਾਲੇ ਕਿਸੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਟਰਾਈ ਕਰੂੰਗਾ ਵੀ ਇਸ ਦੇ ਬਾਰੇ ਹੋਰ ਵੀ ਜਿਹੜੀ ਉਹ ਜਾਣਕਾਰੀ ਜਿਹੜੀ ਸਟੀਕ ਜਾਣਕਾਰੀ ਇਸ ਦੇ ਵਿੱਚ ਹੋਰ ਤੁਹਾਨੂੰ ਡੂੰਘੀ ਜਾਣਕਾਰੀ ਉਹ ਦੇ ਸਕੀਏ ਕਿਉਂਕਿ ਇਹ ਨਵੀਂ ਜਿਹੜੀ ਹਰਜੋਤ ਸਿੰਘ ਜੀ ਟੈਕਨੋਲੋਜੀ ਆ ਤੇ ਇਸ ਨੇ ਦੁਨੀਆ ਨੂੰ ਕਾਫੀ ਜਿਹੜਾ ਉਹ ਚੇਂਜ ਕਰਨਾ ਆ ਤੇ ਆਪਾਂ ਨੂੰ ਵੀ ਨਾਲ ਹੀ ਭਾਈ ਇਸ ਦੇ ਇਨਫੋਰਮੇਸ਼ਨ ਲੈ ਕੇ ਕਰਕੇ ਜਿਹੜਾ ਆ ਉਹ ਅੱਗੇ ਜਿਹੜਾ ਉਹ ਨਾਲ ਵਧਣਾ ਪੈਣਾ ਆ। ਤੇ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਜਿਹੜਾ ਫੀਲਡ ਹਾਕੀ ਦਾ ਵਰਲਡ ਕੱਪ ਚੱਲ ਰਿਹਾ ਸੀ, ਭਾਰਤ ਜਿਹੜਾ ਆ ਉਹ ਨਿਊਜ਼ੀਲੈਂਡ ਤੋਂ ਹਾਰ ਗਿਆ ਸੀਗਾ ਤੇ ਪਰ ਉੱਥੇ ਜਿਹੜੀ ਉਹਨਾਂ ਦੀ ਹਾਰ ਹੋਈ ਆ। ਪਹਿਲੇ ਪੈਨਲਟੀ ਮੈਚ ਬਰਾਬਰ ਤੇ ਜਿਹੜਾ ਹੋ ਰਿਹਾ ਸੀਗਾ ਫੁੱਲ ਟਾਈਮ ਤੱਕ, ਫਿਰ ਪੈਨਲਟੀ ਸ਼ੂਟ ਆਊਟ ਜਿਹੜਾ ਹੋਇਆ
ਪਹਿਲੇ ਪੈਨਲਟੀ ਸ਼ੂਟਆਊਟ ਦੇ ਵਿੱਚ 3-3 ਦੀ ਜਿਹੜੀ ਉਹ ਬਰਾਬਰਤਾ ਜਿਹੜੀ ਉਹ ਰਹੀ, ਪਰ ਉਸ ਤੋਂ ਬਾਅਦ ਦੇ ਵਿੱਚ ਦੂਸਰੇ ਪੈਨਲਟੀ ਸ਼ੂਟਆਊਟ ਦੇ ਵਿੱਚ ਨਿਊਜ਼ੀਲੈਂਡ ਜਿਹੜਾ ਆ ਉਹ ਜੇਤੂ ਜਿਹੜਾ ਉਹ ਰਿਹਾ ਆ। ਸੋ ਇਵੈਂਚੁਅਲੀ ਨਿਊਜ਼ੀਲੈਂਡ ਜਿਹੜਾ ਉਹ ਬਾਜੀ ਜਿਹੜਾ ਉਹ ਮਾਰ ਗਿਆ ਆ ਤੇ ਅਗਲੇ ਜਿਹੜੇ ਉਹ ਲੈਵਲ ਦੇ ਵਿੱਚ ਪਹੁੰਚ ਗਏ ਆ। ਤੇ ਪਰ ਵਧੀਆ ਪ੍ਰਦਰਸ਼ਨ ਕੀਤਾ ਭਾਰਤ ਦੀ ਜਿਹੜੀ ਇਹ ਟੀਮ ਨੇ, ਪਰ ਅੱਗੇ ਜਿਹੜਾ ਉਹ ਨਹੀਂ ਪਹੁੰਚ ਸਕੇ ਤੇ ਟੂਰਨਾਮੈਂਟ ਚੋਂ ਬਾਹਰ ਹੋ ਚੁੱਕੇ ਨੇ। ਤੇ ਤੇ ਜਿੰਨੇ ਵੀ ਅਗਲਾ ਸਾਡੇ ਸਰੋਤੇ ਸੁਣ ਰਹੇ ਆ, ਟੈਕਸ ਫਾਈਲਿੰਗ ਅੱਜ ਤੋਂ ਸ਼ੁਰੂ ਹੋ ਗਈ ਆ। ਜਿਨ੍ਹਾਂ ਨੇ ਟੈਕਸ ਭਰਨਾ ਹੈ ਪਿਛਲੇ ਸਾਲ ਦਾ, ਠੀਕ ਹੈ। ਤੇ ਉਹ ਟੈਕਸ ਭਰਨਾ ਹੁਣ ਆਪਣੀ ਟੈਕਸ ਵਾਲੇ ਨੂੰ ਕਾਲ ਕਰਕੇ ਭਰਨਾ ਸ਼ੁਰੂ ਕਰ ਸਕਦੇ। ਤੇ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ 20 ਤੋਂ ਵੱਧ ਜਿਹੜੀਆਂ ਕਾਉਂਟੀਜ਼ ਅਜਿਹੀਆਂ ਉਹਨਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੂੰ 1 ਮਹੀਨਾ ਐਕਸਟਰਾ ਦਿੱਤਾ ਗਿਆ ਆ। ਸਟਾਰਮਸ ਦੇ ਜਿਹੜੇ ਉਹ ਕਰਕੇ ਜਿਹੜੇ ਪ੍ਰਭਾਵਿਤ ਹੋਏ ਨੇ ਇਲਾਕੇ, ਵੀ ਉਹਨਾਂ ਨੂੰ 1 ਮਹੀਨਾ ਐਕਸਟਰਾ ਆ। ਮੇਕ ਸ਼ੋਰ ਕਰ ਲਿਓ ਵੀ ਉੱਦਾਂ ਜਿਹੜੀ ਇਹ 15 ਕਿ 17 ਅਪ੍ਰੈਲ ਜਿਹੜੀ ਹਰਜੋਤ ਸਿੰਘ ਦੀ ਇਸ ਵਾਰ ਲਾਸਟ ਡੇਟ ਉਹ ਸੇਮ ਉਹੀ ਆ। ਤੇ ਜਿਹੜੇ ਕੁਝ ਪ੍ਰਭਾਵਿਤ ਇਲਾਕੇ ਆ ਉਹਨਾਂ ਨੂੰ 1 ਮਹੀਨਾ ਜਿਹੜਾ ਉਹ ਐਕਸਟਰਾ ਦਿੱਤਾ ਗਿਆ ਹੈ ਟੈਕਸ ਭਰਨ ਦੇ ਲਈ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ ਪੇਸ਼ ਕੀਤਾ ਜਾਊਗਾ। 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ 1 ਵਜੇ ਅਪਡੇਟ ਕੈਨੇਡਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਕੈਨੇਡਾ ਦੀਆਂ ਅਹਿਮ ਖਬਰਾਂ ਲੈ ਕੇ ਪ੍ਰਵੀਨ ਸ਼ਰਮਾ। ਤੇ 1:15 ਤੋਂ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਸਾਂਝੀ ਸਾਥ, 4 ਤੋਂ 5:30 ਵਜੇ ਤੱਕ ਦੇਸੋ ਪਰਦੇਸ। 5:40 ਦੇ ਉੱਤੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਅਪਡੇਟ ਕੈਲੀਫੋਰਨੀਆ, ਅਹਿਮ ਖਬਰਾਂ ਅਮਰੀਕਾ ਤੇ ਕੈਲੀਫੋਰਨੀਆ ਦੀਆਂ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, ਤੇ ਫਿਰ ਰਾਤ 8:30 ਵਜੇ ਸ਼ਾਮ ਨੂੰ ਪੱਤਰਕਾਰ ਦੀਪਕ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂ।